दर्शन परसै गुरु कै जन्म मरण दुख जाए, होवै सिफत खसम दी। नूर अरसों कुरसों चट्टीऐ, तुध डिठे सच्चे पातशाह। मल जन्म जन्म दी कट्टी है, सज्जन सच्चा पातशाहो। सिर शाहां दा शाहो, जिस पास बैठिया सोही है, सबना दा विसाहो। वाहिगुरु साहिब जीओ। श्लोक महला तीजा। बाबीहा ना बिल लाए, ना तरसाए, एहो मन खसम का हुक्म मन। बाबीहा ना बिल लाए, ना तरसाए, एहो मन खसम का हुक्म मन। नानक हुक्म मन्निया तिख उतरै, चढ़ै चवगल वन। महला तीजा। बाबीहा जल मह तेरा वास है, जल ही माहे फिराहे। जल की सार न जानही, तां तू कूकण पाहे। जल थल चौदिस वरसदा, खाली को थाव नाहे। इतै जल वरसदै तिख मरहै, भाग तिना के नाहे। नानक गुरमुख तिन सोझी पई, जिन वसया मन माहे। पौड़ी। नाथ जति सिद्ध पीर, किनै अंत न पाया। गुरमुख नाम ध्याए तुझै समाया। जुग छत्ती गुबार, तिस ही पाया। जला बिंब असराल, तिनै वरताया। नील अनील अगम, सरजीत सबाया। अगन उपाई वाद, भुख तिहाया। दुनिया कै सिर काल दूजा पाया। रखै रखणहार, जिन शब्द बुझाया। दुनिया कै सिर काल दूजा पाया। रखै रखणहार, जिन शब्द बुझाया। वाहिगुरु जी का खालसा, वाहिगुरु जी की फतेह। बादशाह दरवेश हाकरा गंजूर बालीए दो जहान, अमृत के दाते। शमशीरे बहादुर सुरबंस नूं कुरबान करन वाले पातशाह धन धन साहिब श्री गुरु गोबिंद सिंह जी महाराज, उन्हों के महान पावन पवित्र स्थान तख्त श्री केसगढ़ साहिब जी विखे सुभाईमान हो के गुरु दरबार दीयां हाजरियां लवा रहे गुरु सवारे सतसंगी जनों, इलाही पावन अमृतमई गुरबाणी की शब्द विचार कथा सरवण करन दा सुभाग गुरां ने सानूं दिता है। अपने मन चित्त नूं एकाग्र करके गुरु शब्द विचार नाल अपने चित्त नूं जोड़िए। पावन शब्द जो आपने सुनिया है, ये शब्द गुरु ग्रंथ साहिब जी के 1282 अंग उत्ते मलार की वार दी 9वीं पौड़ी उत्ते उसके सलोकां दा पाठ आपने सुनिया। आओ सुनते हाँ इस पावन शब्द विच गुरु जी की उपदेश दे रहे। सलोक महला तीजा। ये पावन शब्द तीजे सतगुरु श्री गुरु अमरदास साहिब महाराज उन्हां दी रसना तो उच्चारण होया है। बाबीहा ना बिल लाए, ना तरसाए। बाबीहा ना बिल लाए, ना तरसाए, एहो मन
ਖਸਮ ਕਾ ਹੁਕਮ ਮੰਨ। ਜਦੋਂ ਚਾਲ ਵਾਸਤੇ ਵਿਸ਼ਰਾਮ ਲਾਵਾਂਗੇ ਤਾਂ ਵਿਸ਼ਰਾਮ ਲੱਗ ਜਾਏਗਾ। ਬਾਬੀਹਾ ਨਾ ਬਿਲ ਲਾਏ ਨਾ ਤਰਸਾਏ। ਅਤੇ ਜਿਸ ਵਕਤ ਅਰਥਾਂ ਦੇ ਲਈ ਲਾਵਾਂਗੇ ਤਾਂ ਫਿਰ ਇਹੋ ਮਨ 'ਤੇ ਜਾ ਕੇ ਲੱਗ ਜਾਏਗਾ। ਇਹੋ ਮਨ ਨਾ ਤਰਸਾਏ, ਇਹੋ ਮਨ ਖਸਮ ਕਾ ਹੁਕਮ ਮੰਨ। ਹੁਣ ਇਹਦੇ ਭਾਵ ਜਾਣਨ ਦਾ ਯਤਨ ਕਰੀਏ। ਗੁਰੂ ਜੀ ਕਹਿ ਰਹੇ ਨੇ ਬਾਬੀਹਾ ਨਾ ਬਿਲ ਲਾਏ। ਬਬੀਹਾ ਜੀਵ ਨੂੰ ਕਹਿ ਰਹੇ ਹੈ। ਇਹ ਜੀਵ ਬਬੀਹੇ ਦੇ ਨਾਲ ਤੇਰੀ ਤਸ਼ਬੀਹ ਗੁਰੂ ਜੀ ਕਰ ਰਹੇ ਹਨ। ਤੈਨੂੰ ਉਹਦੇ ਨਾਲ ਉਦਾਹਰਨ ਸੈੱਟ ਕਰ ਰਹੇ, ਸਮਝਾ ਰਹੇ। ਕਹਿੰਦੇ ਜਿਵੇਂ ਬਬੀਹਾ ਤਰਸਦਾ ਹੁੰਦਾ ਹੈ, ਤੜਫਦਾ ਹੁੰਦਾ, ਇਸੇ ਤਰ੍ਹਾਂ ਹੀ ਇਹ ਜੀਵ ਬਬੀਹੇ ਨਾ ਬਿਲ ਲਾ, ਨਾ ਤਰਸ। ਦੂਜੇ ਦੇ ਪਦਾਰਥ ਦੇਖ ਕੇ ਬਿਲ ਲਾ ਨਾ, ਦੁਖੀ ਨਾ ਹੋ, ਉਹਦੇ ਕੋਲ ਇੰਨਾ ਹੈ। ਨਾ ਤਰਸਾਏ ਇਹੋ ਮਾਨੇ, ਮਨ ਨੂੰ ਤਰਸਾ ਵੀ ਨਾ ਵੀ ਮੈਂ ਲੈ ਲਵਾਂ ਇਸ ਚੀਜ਼ ਨੂੰ, ਪ੍ਰਾਪਤ ਕਰ ਲਵਾਂ ਨਾ। ਦੁੱਖ ਦੇ ਵਿੱਚ ਬਿਲ ਲਾ ਨਾ, ਚੀਕਾਂ ਨਾ ਮਾਰ, ਰੋਈ ਨਾ ਚੱਲ। ਬਾਬੀਹਾ ਨਾ ਬਿਲ ਲਾਏ ਨਾ ਤਰਸਾਏ। ਨਾ ਤਰਸ ਪਦਾਰਥਾਂ ਨੂੰ ਵੇਖ ਵੇਖ ਕੇ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ। ਨਾ ਤਰਸਾਏ ਜੀਓ, ਨਾ ਤਰਸਾਏ ਇਹੋ ਮਨ। ਤਰਸੀ ਨਾ, ਦੇਖ ਦੇਖ ਦੇਖ। ਮਹਾਰਾਜ ਕਹਿੰਦੇ ਫਿਰ ਖਸਮ ਕਾ ਹੁਕਮ ਮੰਨ। ਇਹ ਮਨ ਖਸਮ ਵਾਹਿਗੁਰੂ ਦੇ ਹੁਕਮ 'ਚ ਚੱਲ। ਉਹ ਰੋਜੀ ਦੇਹੰਦ ਵਾਹਿਗੁਰੂ ਨੇ ਜੋ ਹੁਕਮ ਗੁਰਾਂ ਦੇ ਮੁਖਾਰਵਿੰਦ ਦੇ ਰਾਹੀਂ ਤੈਨੂੰ ਦਿੱਤਾ ਹੈ ਉਪਦੇਸ਼, ਉਹਦੇ ਉੱਤੇ ਚੱਲਣ ਦਾ ਯਤਨ ਕਰ। ਇਹ ਜਿਹੜਾ ਸਰੀਰ ਰੂਪੀ ਘੋੜਾ ਇਹ ਤਾਂ ਮੰਗਦਾ ਹੀ ਰਹਿੰਦਾ, ਇਹਨੇ ਕਦੇ ਚੁੱਪ ਕਰਨਾ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਇਹੋ ਤਨ ਭੌਂਕਣਾ, ਨਿੱਤ ਉੱਠ ਦੁਖੀਆ ਕੌਣ। ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੈ ਪਾਉਣ। ਮੰਗੀ ਜਾਂਦਾ ਸਰੀਰ, ਇੰਦਰੇ ਆ ਜਿਹੜੇ, ਇਹਦੀਆਂ ਵਾਸ਼ਨਾਵਾਂ ਕਿਤੇ ਥੱਕਦੀਆਂ। ਕਦੇ ਆਹ ਮਿਲ ਜਾਏ, ਆਹ ਮਿਲ ਜਾਏ, ਕਦੇ ਵੀ ਰੱਜ ਹੁੰਦਾ ਹੀ ਨਹੀਂ ਇਹਦਾ। ਸਬਰ ਬਿਨਾਂ ਰੱਜਦਾ ਨਹੀਂ ਇਹ। ਇਸ ਲਈ ਬਬੀਹੇ ਨੂੰ ਕਹੋ, ਜੀਵ ਨੂੰ ਕਹੋ, ਐਵੇਂ ਨਾ ਆਪਣੇ ਦੁੱਖਾਂ ਦੀ ਕਹਾਣੀ ਜੀ ਛਿੜ ਕੇ ਬੈਠ ਜਾਇਆ ਕਰੇ ਹਰ ਜਗ੍ਹਾ ਹੀ। ਆਪਣੀ ਗਠੜੀ ਨੂੰ ਸਾਂਭ ਕੇ ਰੱਖ। ਇਹ ਦੁਨੀਆ ਦੇ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਦੁਖੀ ਨਾ ਹੋਵੇ। ਤੂੰ ਤੜਫੀ ਨਾ ਜਾਇਆ ਕਰ, ਬਿਲ ਲਾਇਆ ਨਾ ਕਰ। ਦੁੱਖ ਤੋਂ ਉੱਤੇ ਉੱਠ, ਸੁੱਖ ਰੂਪੀ ਪ੍ਰਮਾਤਮਾ ਦਾ ਨਾਮ ਉਹਦੇ ਨਾਲ ਜੁੜੇਗਾ ਅਤੇ ਤੈਨੂੰ ਪਤਾ ਲੱਗੇਗਾ ਵੀ ਇਹ ਜਿਹੜਾ ਦੁੱਖ ਹੈ ਇਹ ਸਰੀਰ ਭੋਗਣ ਦੀ ਥਾਂ ਹੈ ਅਤੇ ਮਨ ਵਿੱਚ ਵਿਆਪਦਾ ਹੈ। ਅਤੇ ਜਿਹੜਾ ਮੇਰਾ ਨਿੱਜੀ ਸਰੂਪ ਹੈ ਜਿਹਨੂੰ ਆਤਮਾ ਕਹਿੰਦੇ ਹਨ, ਉਹ ਤਾਂ ਇਹਨਾਂ ਦੋਵਾਂ ਤੋਂ ਪਰੇ ਹੈ। ਦੁੱਖ ਸੁੱਖ ਮਨ ਦੇ ਧਰਮ ਨੇ, ਥਾਂ ਸਰੀਰ ਹੈ। ਅਤੇ ਨਾ ਤੂੰ ਸਰੀਰ ਹੈ ਅਤੇ ਨਾ ਤੂੰ ਮਨ ਹੈ। ਮਨ 'ਤੇ ਨਹੀਂ ਤੂੰ। ਜੇ ਮਨ ਹੁੰਦਾ ਤਾਂ ਕਿਉਂ ਕਹਿੰਦਾ ਮੇਰਾ ਮਨ ਤੜਫਦਾ। ਮੇਰਾ ਪਨ ਕਹਿਣ ਵਾਲਾ ਜਿਹੜਾ ਮਾਲਕ ਹੈ, ਜਿਹੜਾ ਇਹਦੇ 'ਚ ਮਮਤਾ ਪਾਈ ਬੈਠਾ, ਮੇਰਾ ਮੰਨੀ ਬੈਠਾ ਹੈ, ਤੂੰ ਉਹ ਹੈ। ਉਹਦੇ ਨਾਲ ਤੇਰੀ ਸਮਝ ਨਹੀਂ ਪੈ ਰਹੀ। ਉਹਦੇ ਨਾਲ ਤੇਰੀ ਪਹਿਚਾਣ ਤਾਂ ਬਣੇਗੀ ਅਗਰ ਤੂੰ ਖਸਮ ਦਾ, ਗੁਰੂ ਦਾ, ਪਰਮਾਤਮਾ ਦਾ ਹੁਕਮ ਮੰਨੇਗਾ। ਮਹਾਰਾਜ ਕਹਿੰਦੇ ਨੇ, ਕਹਿੰਦੇ ਤਰਸੀ ਨਾ ਜਾ ਇਹੋ ਮਨ। ਇਹ ਮਨ ਨੂੰ ਐਵੇਂ ਤਰਸਾਈ ਨਾ ਜਾ। ਇਹ ਮੇਰੇ ਮਨਾ ਖਸਮ ਕਾ ਹੁਕਮ ਮੰਨ। ਉਹਦੇ ਹੁਕਮ ਵਿੱਚ ਰਿਹਾ ਕਰ, ਉਹਦੇ ਹੁਕਮ ਨੂੰ ਮੰਨਿਆ ਕਰ ਭਾਈ। ਨਾਨਕ ਹੁਕਮ ਮੰਨਿਆ ਤਿਖ ਉਤਰੈ। ਗੁਰੂ ਜੀ ਕਹਿ ਰਹੇ ਹਨ ਕਿ ਹੁਕਮ ਵਿੱਚ ਚੱਲਣ ਦਾ ਫਾਇਦਾ
ਆਤਮਿਕ ਤੌਰ 'ਤੇ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਕਹਿੰਦੇ ਹਨ ਨਾਨਕ ਹੁਕਮ ਮੰਨਿਆ ਤਿਖ ਉਤਰੈ। ਅਗਰ ਹੁਕਮ ਵਿੱਚ ਚੱਲਾਂਗੇ ਜੀ ਤੇ ਗੁਰੂ ਜੀ ਕਹਿ ਰਹੇ ਕਿ ਤਿਖਾ ਹੈ ਜਿਹੜੀ ਪਿਆਸ ਹੈ ਮਨ ਦੀ, ਜੋ ਜਨਮਾਂ ਜਨਮੰਤਰਾਂ ਤੋਂ ਪਿਆਸ ਚੱਲੀ ਆ ਰਹੀ ਹੈ ਪਦਾਰਥਾਂ ਦੀ, ਸਤਿਗੁਰੂ ਜੀ ਕਹਿੰਦੇ ਉਤਰ ਜਾਏਗੀ। ਫਿਰ ਪਦਾਰਥਾਂ ਦੀ ਜਿਹੜੀ ਆਸਕਤੀ ਹੈ ਬੰਦੇ ਦੇ ਅੰਦਰ, ਖਿੱਚ ਹੈ ਭੋਗਣ ਦੀ, ਤਮੰਨਾ ਹੈ, ਖੁਆਇਸ਼ ਹੈ ਜੀ, ਗੁਰੂ ਜੀ ਕਹਿੰਦੇ ਉਹ ਉਤਰੇਗੀ। ਜਿਹਦੇ ਵਿੱਚ ਖੁਆਇਸ਼ਾਂ ਵਿੱਚ ਭਟਕਦਾ ਹੀ ਰਹਿੰਦਾ। ਗੁਰੂ ਨਾਨਕ ਦੇਵ ਜੀ ਮੌਲਵੀ ਨੂੰ ਕਹਿੰਦੇ ਹਨ, ਮੌਲਵੀ ਕਹਿੰਦਾ ਜੀ, ਕਹਿੰਦਾ ਤੁਸੀਂ ਤਾਂ ਬੜੇ ਵਿਰਾਗ ਜੀ ਦੇ ਵਿੱਚ ਆ ਕੇ ਬੈਠੇ ਰਹਿੰਦੇ, ਇਕਾਂਤ ਵਿੱਚ ਬੈਠੇ ਰਹਿੰਦੇ ਹੋ, ਦੁਨੀਆ ਵਿੱਚ ਘੁੰਮਿਆ ਫਿਰਿਆ ਵੀ ਕਰੋ। ਗੁਰੂ ਜੀ ਕਹਿੰਦੇ ਮੌਲਵੀ ਜੀ ਤੁਹਾਨੂੰ ਲੱਗ ਰਿਹਾ ਹੈ, ਭਾਸਦਾ ਹੈ ਤੁਹਾਨੂੰ ਇੱਦਾਂ ਕਿ ਬੈਠਾ ਹੈ, ਪਰ ਉਹ ਤਾਂ ਭੱਜਿਆ ਫਿਰਦਾ ਹੈ, ਮੇਰਾ ਅੰਦਰਲਾ ਤਾਂ ਟਿਕਦਾ ਹੀ ਨਹੀਂ ਹੈ। ਕਹਿੰਦੇ ਜੀ ਕਿੱਦਾਂ? ਗੁਰੂ ਜੀ ਨੇ ਫਿਰ ਉੱਥੇ ਬਾਣੀ ਦਾ ਸ਼ਬਦ ਉਚਾਰਿਆ ਜਿਹੜਾ ਯਾ ਕਰ ਜੁਗਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਵਾਲਾ, ਉਹਦੇ ਵਿਚਕਾਰ ਜਾ ਕੇ ਆਖਿਆ, ਕਹਿੰਦੇ ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਗਾਹੀ ਨ ਨੇਕੀ ਕਾਰ ਕਰਦਮ ਮਮ ਈ ਚੀਨੀ ਅਹਵਾਲ। ਜਿਹਦੇ ਭਾਵ ਹਨ ਦਿਨ ਰਾਤ ਭਟਕਦਾ ਰਹਿੰਦਾ ਹੈ ਖੁਆਇਸ਼ਾਂ ਦੇ ਵਿੱਚ। ਸਭ ਰੋਜ਼ ਗਸਤਮ ਦਰ ਹਵਾ, ਸਭ ਫਾਰਸੀ ਵਿੱਚ ਰਾਤ ਨੂੰ ਕਹਿ ਦਿੰਦੇ, ਰੋਜ਼ ਦਿਨ ਨੂੰ ਕਹਿ ਦਿੰਦੇ ਹਨ। ਗਸਤ ਕਹਿੰਦੇ ਭਟਕਣ ਨੂੰ, ਪਾਉਂਦੇ ਫਿਰਨਾ। ਆਪਾਂ ਆਮ ਤੌਰ 'ਤੇ ਵੀ ਸ਼ਬਦ ਵਰਤਦੇ ਹਾਂ, ਗਸਤ ਲਾ ਰਹੇ, ਪੁਲਿਸ ਦੇ ਵਿੱਚ ਵਰਤਦੇ ਹਨ। ਜਿਹੜਾ ਘੁੰਮਣਾ ਉਹ ਗਸਤ ਸ਼ਬਦ ਹੁੰਦਾ, ਘੁੰਮਣਾ ਭਟਕਣਾ। ਕਹਿੰਦੇ ਸਭ ਰੋਜ਼ ਗਸਤਮ ਦਰ ਹਵਾ, ਯਮ ਸ਼ਬਦ ਲੱਗ ਗਿਆ ਅਤੇ ਉਹਦਾ ਮਤਲਬ ਹੈ ਮੈਂ ਭਟਕ ਰਿਹਾ, ਮੀਮ ਲੱਗਣ ਦੇ ਨਾਲ ਮੈਂ ਭਟਕਦਾ ਫਿਰਦਾ ਹਾਂ। ਕਰਦੇਮ ਬਦੀ ਖਿਆਲ, ਕਰਦੇ ਰਹਿੰਦੇ ਹਾਂ ਵਧੀ ਰਹੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚੀਨੀ ਅਹਵਾਲ। ਕਦੇ ਵੀ ਨੇਕੀ ਦੇ ਕੰਮ ਨੂੰ ਉਤਸ਼ਾਹਿਤ ਨਹੀਂ ਹੁੰਦਾ। ਇਹ ਹਾਲ ਨੇ ਮੇਰੇ। ਗੁਰੂ ਜੀ ਕਹਿੰਦੇ ਇਹ ਹਾਲਤ ਹੋਈ ਪਈ ਹੈ। ਇਸ ਲਈ ਐ ਭਾਈ ਤੂੰ ਨਾਨਕ ਹੁਕਮ ਮੰਨਿਆ ਤਿਖ ਉਤਰ। ਜੇ ਹੁਕਮ ਵਿੱਚ ਚੱਲੇ ਤਾਂ ਫਿਰ ਜਿਹੜੀ ਭਟਕਣਾ ਹੈ ਤੇਰੀ ਮੁੱਕ ਜਾਏ। ਇਹ ਪਿਆਸ ਪਦਾਰਥਾਂ ਦੀ। ਚੜਾ ਚਵੱਗਲ ਵੰਨ, ਚਵੱਗਲ ਹੁੰਦਾ 4 ਗੁਣਾ, ਵੰਨ ਹੁੰਦਾ ਰੰਗ। ਮਹਾਰਾਜ ਕਹਿੰਦੇ 4 ਗੁਣਾ ਰੰਗ ਪ੍ਰੇਮ ਦਾ, ਨਾਮ ਦਾ ਤੇਰੇ ਉੱਤੇ ਜ਼ਿਆਦਾ ਚੜ੍ਹ ਜਾਏਗਾ। ਜਾਂ ਚਵੱਗਲ ਚੌਥਾ ਪਦ, ਤੁਰਿਆ, ਅਤੀਤ, ਤਿੰਨਾਂ ਤੋਂ ਪਾਰ। ਮਹਾਰਾਜ ਕਹਿੰਦੇ ਚੌਥੀ ਅਵਸਥਾ, ਚੌਥੀ ਭੂਮਿਕਾ ਤੈਨੂੰ ਪ੍ਰਾਪਤ ਹੋ ਜਾਏਗੀ, ਜਿਹਨੂੰ ਚੌਥਾ ਪਦ ਦਾ ਮਾਲਕ ਆਖਿਆ ਜਾਂਦਾ ਹੈ। ਤੈਨੂੰ ਨਾਮ ਦਾ ਰੰਗ ਲੱਗ ਜਾਏਗਾ। ਚਵੱਗਲ ਵੰਨ, ਚੌਥਾ ਰੰਗ ਕਿਹੜਾ ਹੈ? 3 ਸਰੀਰਾਂ ਦਾ। ਪਹਿਲਾ ਸਥੂਲ ਹੈ, ਸੂਖਸ਼ਮ ਹੈ, ਕਾਰਨ ਸਰੀਰ ਤੋਂ ਪਾਰ ਜਿਹੜਾ ਤੇਰਾ ਨਿੱਜੀ ਸਰੂਪ, ਤੇਰਾ ਨਿੱਜ ਆਤਮਾ ਹੈ, ਗੁਰੂ ਜੀ ਕਹਿੰਦੇ ਉਹਦੀ ਪ੍ਰਤੀਤੀ ਹੋ ਜਾਏਗੀ। ਮੈਂ ਪਿੱਛੇ ਆ ਜਾਵਾਂ, ਮੈਨੂੰ ਨਾਲ ਦਾ ਸਿੰਘ ਕਹਿੰਦਾ ਜੀ ਥੋੜ੍ਹਾ ਜਿਹਾ ਜ਼ਿਆਦਾ ਅੱਗੇ ਨਾ ਜਾਇਆ ਕਰੋ, ਉਹਨੂੰ ਫਿਰ ਸਮਝਣ 'ਚ ਔਖਾ ਹੋ ਜਾਂਦਾ। ਇਸ ਲਈ ਇੱਥੇ ਕੁ ਤੱਕ ਲਾ ਲਈਏ। 3 ਸਰੀਰਾਂ ਤੋਂ ਪਾਰ। ਆ ਸਥੂਲ ਸਰੀਰ, ਇਹਦੇ ਥੱਲੇ ਜਿਹੜਾ 17 ਤੱਤਵ ਦਾ ਸੂਖਸ਼ਮ ਸਰੀਰ ਹੈ, ਉਦੋਂ ਅੱਗੇ ਜਿਹੜਾ ਅਵਿਦਿਆ ਰੂਪ ਕਾਰਨ ਸਰੀਰ ਹੈ, ਜਿਹੜਾ ਆ ਸਰੀਰ ਦਾ ਕਾਰਨ ਬਣਦਾ ਹੈ। ਅਤੇ ਮਹਾਰਾਜ ਕਹਿੰਦੇ ਉਹਨਾਂ ਤੋਂ ਪਾਰ ਲੰਘ ਜਾਏਗਾ। ਚੌਥੀ ਆਤਮਾ ਜਿਹੜੀ ਅੰਦਰ ਬੈਠਾ ਹੈ ਉਹਦਾ ਤੈਨੂੰ ਪਤਾ ਲੱਗ ਜਾਏਗਾ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਜੀ ਕਹਿ ਰਹੇ, ਬਾਬੀਹਾ ਜਲ ਮਹਿ ਤੇਰਾ ਵਾਸ ਹੈ, ਜਲ ਹੀ ਮਾਹੇ ਫਿਰਾਹੇ। ਬਾਬੀਹਾ ਐ ਪਪੀਹੇ, ਜਲ ਮਹਿ ਤੇਰਾ ਵਾਸ ਹੈ। ਕਿੱਡੀ ਵੱਡੀ ਉਦਾਹਰਨ ਗੁਰੂ ਜੀ ਦੇ ਰਹੇ। ਕਹਿੰਦੇ ਹੁਣ ਪਪੀਹਾ ਹੁੰਦਾ ਜਿਹੜਾ, ਪਪੀਹੇ ਦੇ ਆਲੇ ਦੁਆਲੇ ਪਾਣੀ, ਉਹ ਪਾਣੀ ਘੁੰਮੀ ਚਾਰੇ ਪਾਸੇ ਪਾਣੀ ਤਾਂ ਹੈ ਹੀ ਹੈ। ਕਿੰਨੇ ਦਰਿਆ ਵਗਦੇ ਹਨ,
ਕਿੰਨੀਆਂ ਨਹਿਰਾਂ ਵਗਦੀਆਂ ਹਨ, ਕਿੰਨੇ ਤਲਾਬ ਹਨ, ਕਿੰਨੀ ਥਾਈਂ ਲੋਕੀ ਪਰਉਪਕਾਰੀ ਲੋਕ ਪਾਣੀ ਵੀ ਰੱਖਦੇ ਭਰ ਭਰ ਕੇ। ਅੱਗੇ ਗਰਮੀ ਆਏਗੀ, ਧਿਆਨ ਰੱਖਿਓ, ਪਾਣੀ ਦਾ ਇੰਤਜ਼ਾਮ ਰੱਖਿਓ, ਪੰਛੀਆਂ ਨੂੰ ਪਾਇਆ ਕਰਿਓ। ਬਾਕੀ ਸਾਰੇ ਪੰਛੀ ਪੀ ਲੈਂਦੇ, ਪਪੀਹਾ ਨਹੀਂ ਪੀਂਦਾ, ਪਪੀਹੇ ਦੀ ਪਿਆਸ ਬੁਝਦੀ ਨਹੀਂ। ਗੁਰੂ ਜੀ ਸਮਝਾ ਰਹੇ, ਬਾਬੀਹਾ ਜਲ ਮਹਿ ਤੇਰਾ ਵਾਸ ਹੈ, ਜਲ ਹੀ ਮਾਹੇ ਫਿਰਾਹੇ। ਉਹ ਬਬੀਹਾ ਜਿਹੜਾ ਪੰਛੀ ਹੈ, ਉਹਦੀ ਇੱਕ ਮਜਬੂਰੀ ਹੈ, ਉਹਦੇ ਅੰਦਰ ਸਵੰਤੀ ਬੂੰਦ ਹੀ ਟਿਕੇ ਜਦੋਂ, ਫਿਰ ਉਹਦੀ 6 ਮਹੀਨੇ ਲਈ ਪਿਆਸ ਬੁਝਦੀ ਹੈ। ਪਰ ਇਹ ਜੀਵ ਰੂਪੀ ਬਬੀਹੇ, ਤੇਰੀ ਇੱਕ ਖੁਸ਼ਕਿਸਮਤੀ ਵੀ ਹੈ, ਤੇਰੀ ਇੱਕ ਬਦਕਿਸਮਤੀ ਵੀ ਹੈ। ਉਹ ਕੀ? ਤੇਰੀ ਖੁਸ਼ਕਿਸਮਤੀ ਇਹ ਹੈ ਕਿ ਤੇਰੇ ਆਲੇ ਦੁਆਲੇ ਚਾਰੇ ਪਾਸੇ ਸਵੰਤੀ ਬੂੰਦਾਂ ਬਰਸ ਰਹੀਆਂ ਨੇ, ਪਰ ਬਦਕਿਸਮਤੀ ਇਹ ਹੈ ਤੇ ਉਹ ਸਵੰਤੀ ਬੂੰਦਾਂ ਦੇ ਵਿੱਚ ਰਹਿੰਦਾ ਵੀ ਪਿਆਸਾ ਹੀ ਹੈ। ਦੇਖੋ, ਪਾਣੀ ਦੇ ਵਿੱਚ ਰਹਿ ਕੇ ਵੀ ਪਿਆਸਾ ਹੈ, ਮਰ ਰਿਹਾ, ਜਲ ਰਿਹਾ। ਗੁਰੂ ਜੀ ਹੁਣ ਸਮਝਾ ਰਹੇ, ਕਹਿੰਦੇ ਬਾਬੀਹਾ ਜਲ ਮਹਿ ਤੇਰਾ ਵਾਸ ਹੈ। ਐ ਬਬੀਹੇ ਜੀਵ, ਤੇਰਾ ਜਲ ਚੇਤਨ ਬ੍ਰਹਮ ਪ੍ਰਮਾਤਮਾ, ਉਹਦੇ ਵਿੱਚ ਹੀ ਤਾਂ ਤੂੰ ਵਸਦਾ, ਵੱਖਰਾ ਥੋੜ੍ਹਾ ਹੁੰਦਾ ਤੂੰ ਕਿਤੇ ਵੀ ਕੋਈ ਉਹ ਤੋਂ ਬਾਹਰ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਆਏ ਸਾਧੂ ਜਨ, ਮਹਾਤਮਾ ਜਨ ਆ ਕੇ ਕਹਿਣ ਲੱਗੇ, ਜੀ ਤੁਸੀਂ ਕਿਸ ਤਰ੍ਹਾਂ ਦੇ ਸਾਧੂ ਹੋਏ? ਅਨੰਦਪੁਰ ਸਾਹਿਬ ਦੀ ਗੱਲ ਹੈ, ਤੁਸੀਂ ਤਾਂ ਇੱਥੇ ਘਰ ਬਣਾਉਣ ਲੱਗ ਪਏ ਹੋ। ਕਿਸ ਤਰ੍ਹਾਂ ਦੀ ਫਕੀਰੀ ਹੈ, ਕਿਸ ਤਰ੍ਹਾਂ ਦਾ ਇਹ ਸੰਤਪੁਣਾ ਹੈ, ਪਰਮੇਸ਼ਰ ਦੀ ਭਗਤੀ ਦਾ ਇਹ ਕਿਹੜਾ ਮਾਰਗ ਸਿਖਾ ਰਹੇ ਹੋ? ਤੁਸੀਂ ਘਰ ਬਣਾ ਰਹੇ ਹੋ, ਸਰਾਵਾਂ ਬਣਾ ਰਹੇ ਹੋ, ਇੱਥੇ ਲੰਗਰ ਚੱਲ ਰਿਹਾ, ਇੱਦਾਂ ਇਹ ਕੀ ਗੱਲ ਹੋਈ? ਗੁਰੂ ਜੀ ਕਹਿਣ ਲੱਗੇ, ਫਿਰ ਤੁਸੀਂ ਭਗਤੀ ਕਿਹਨੂੰ ਸਮਝਦੇ? ਕਹਿੰਦੇ ਜੀ ਪੁਰਾਣੇ ਸਮਿਆਂ ਦੀਆਂ ਤਾਂ ਇਹ ਗੱਲਾਂ ਚੱਲੀਆਂ ਆਉਂਦੀਆਂ, ਧਾਰਨਾਵਾਂ ਬਣੀਆਂ ਹੋਈਆਂ ਹਨ ਕਿ ਘਰ-ਬਾਰ ਛੱਡ ਕੇ ਜੰਗਲਾਂ 'ਚ ਜਾਇਆ ਪ੍ਰਮਾਤਮਾ ਮਿਲ ਜਾਂਦਾ। ਗੁਰੂ ਜੀ ਕਹਿੰਦੇ ਯਦਿਅਪੀ ਪ੍ਰਮਾਤਮਾ ਜੰਗਲਾਂ 'ਚ ਵੀ ਹੈ, ਇਹ ਨਹੀਂ ਕਿ ਜੰਗਲਾਂ 'ਚ ਹੈ ਨਹੀਂ। ਇੱਕ ਮਿੰਟ ਲਈ ਇਹ ਸੁਣ ਲਿਓ, ਹੁਣ ਮੈਂ ਪੁਆਇੰਟ ਉੱਥੇ ਛੱਡ ਦਿੱਤਾ, ਉੱਥੋਂ ਚੱਕ ਲਾਂਗੇ। ਸਾਡੇ ਵਿੱਚ ਅੱਜ ਕੱਲ੍ਹ ਇਹ ਵਿਚਾਰ ਚੱਲ ਪਈ, ਬਹੁਤਾ ਹੀ ਵਿਰੋਧ ਕਰਨ ਲੱਗ ਗਏ ਜੰਗਲਾਂ ਦਾ। ਜੰਗਲਾਂ 'ਚ ਰੱਬ ਹੈ ਨਹੀਂ। ਕਦੇ ਠੰਡੇ ਦਿਮਾਗ ਨਾਲ ਸੋਚਿਓ, ਜੰਗਲ 'ਚ ਹੈ ਨਹੀਂ? ਕਿਤੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਵੀ ਜੰਗਲ 'ਚ ਨਹੀਂ ਹੈ ਰੱਬ? ਹਾਂ, ਇੰਨੀ ਕੁ ਗੱਲ ਜ਼ਰੂਰ ਹੈ, ਇਕੱਲਾ ਜੰਗਲ 'ਚ ਇਹ ਨਾ ਸਮਝ ਵੀ ਜੰਗਲਾਂ 'ਚ ਹੈ, ਘਰਾਂ 'ਚ ਹੈ ਨਹੀਂ। ਘਰ 'ਚ ਵੀ ਹੈ। ਜਿੱਥੇ ਅੱਜ ਤੂੰ ਬੈਠਾ, ਕਦੇ ਇੱਥੇ ਜੰਗਲ ਹੁੰਦੇ ਸਨ। ਆਪਣੇ ਘਰਾਂ 'ਚ ਲਾ ਲਓ, ਪੁੱਛ ਲਓ ਤੁਸੀਂ, ਲੋਕ ਦੱਸਦੇ ਹਨ ਕਿ ਜਦੋਂ ਆਬਾਦੀ ਘੱਟ ਸੀ, ਚਾਰ ਘਰ ਕਿਤੇ ਆਲੇ ਦੁਆਲੇ ਖੇਤ ਹੀ ਖੇਤ, ਜੰਗਲ ਹੀ ਜੰਗਲ। ਜਿੱਥੇ ਅੱਜ ਘਰ ਹਨ ਉੱਥੇ ਜੰਗਲ ਬਣੇ ਨੇ। ਕਈ ਥਾਈਂ ਜਿੱਥੇ ਘਰ ਨੇ ਹੁਣ ਉੱਥੇ ਪਹਿਲਾਂ ਜੰਗਲ ਸੀ, ਕਈ ਥਾਈਂ ਜਿੱਥੇ ਹੁਣ ਜੰਗਲ ਹਨ ਉੱਥੇ ਪਹਿਲਾਂ ਆਬਾਦੀ ਸੀ, ਥਈਆਂ ਬਣ ਗਈਆਂ ਹਨ। ਇਸ ਲਈ ਜੰਗਲ ਹੋਣ ਜਾਂ ਨਾ ਹੋਣ ਨਾਲ, ਪ੍ਰਮਾਤਮਾ ਦੇ ਹੋਣ ਜਾਂ ਨਾ ਹੋਣ ਨਾਲ ਫਰਕ ਨਹੀਂ ਪੈਂਦਾ। ਫਰਕ ਤੇਰੀ ਹਸਤੀ ਦਾ ਪੈਂਦਾ, ਤੂੰ ਉਹਨੂੰ ਮਹਿਸੂਸ ਕਰਦਾ ਹੈ ਜਾਂ ਨਹੀਂ ਕਰਦਾ। ਆ ਜਾਓ ਫਿਰ ਉੱਥੇ। ਗੁਰੂ ਜੀ ਕਹਿੰਦੇ ਹਨ, ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਉਹ ਹਰ ਜਗ੍ਹਾ ਹੀ ਹੈ, ਘਰੇ ਵੀ ਹੈ, ਜੰਗਲ 'ਚ ਨਹੀਂ ਲੋੜ ਵੀ ਜੰਗਲਾਂ 'ਚ ਜਾ ਕੇ ਲੱਭਦਾ, ਇਕੱਲਾ ਇੱਥੇ ਬੈਠਿਆ ਵੀ ਹੋ ਸਕਦਾ। ਫਿਰ ਉੱਥੇ ਸ਼ਬਦ ਉਚਾਰਿਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ, ਪੁਹਪ ਮੱਧ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਵਸੈ ਨਿਰੰਤਰ, ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ, ਕਹੋ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਖਾਈ। ਆਪਣੇ ਆਪੇ ਨੂੰ ਖੋਜਣਾ, ਜੰਗਲ 'ਚ ਬੈਠ ਕੇ ਖੋਜ ਲਿਆ ਤਾਂ ਵੀ ਵਧੀਆ ਗੱਲ ਹੈ, ਘਰੇ ਬਹਿ ਕੇ ਖੋਜ ਲਿਆ ਤਾਂ ਵੀ ਵਧੀਆ ਗੱਲ ਹੈ। ਤੁਰਦੇ ਫਿਰਦਿਆਂ ਉਸ ਦੀ ਪ੍ਰਾਪਤੀ ਹੋ ਜਾਏ ਤਾਂ ਉਦੋਂ ਵਧੀਆ ਸੌਖਾ ਕੰਮ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ, ਬਾਬੀਹਾ ਜਲ ਮਹਿ ਤੇਰਾ ਵਾਸ ਹੈ, ਜਲ ਹੀ ਮਾਹੇ ਫਿਰਾਹੇ। ਤੇਰਾ ਜਲ 'ਚ ਵਾਸਾ ਹੈ, ਜਲ 'ਚ ਘੁੰਮਦਾ ਫਿਰ ਰਿਹਾ ਤੂੰ।
ਆਤਮਿਕ ਜਲ, ਚੇਤਨ ਪਰਮਾਤਮਾ ਰੂਪੀ ਜਲ ਹੈ, ਚਾਰੇ ਪਾਸੇ ਪਸਰਿਆ ਹੋਇਆ। ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੇ। ਤੈਨੂੰ ਜਲ ਦੀ ਸਮਝ ਨਹੀਂ ਆ ਰਹੀ, ਬਸ ਉਸ ਵਿਆਪਕ ਰਾਮ ਦੀ ਤੈਨੂੰ ਸੋਝੀ ਨਹੀਂ। ਰਾਮੈ ਰਾਮ ਸਭੈ ਕਹਿਬੇ ਮਾਹੇ ਵਿਵੇਕ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਹੀ ਤਾਂ ਜਾਣਾ ਹੈ, ਪਰ ਤੈਨੂੰ ਹਜੇ ਸਮਝ ਨਹੀਂ। ਕਿਉਂ? ਉਹ ਦਿਖਾਊਗਾ ਕੌਣ? ਗੁਰੂ ਦਿਖਾਏਗਾ। ਗੁਰੂ ਹੈ ਦਿਖਾਇਓ ਲੋਇਣਾ। ਗੁਰੂ ਨੇ ਲੋਇਣਾ ਕੀ ਨੇਤਰਾਂ ਦੇ ਨਾਲ ਦਿਖਾ ਦਿੱਤਾ। ਗੁਰੂ ਦਿਖਾਉਂਦਾ ਹੈ। ਇਸ ਕਰਕੇ ਭਾਈ ਗੁਰੂ ਦੀ ਗੱਲ ਨੂੰ ਮੰਨ ਕੇ ਗੁਰੂ ਦੇ ਹੁਕਮ ਵਿੱਚ ਚੱਲ ਤੇ ਤੈਨੂੰ ਸਮਝ ਪਏਗੀ। ਨਹੀਂ ਤੇ ਜਲ ਕੀ ਸਾਰ ਨਾ ਜਾਣਹੀ, ਤੈਨੂੰ ਜਲ ਚੇਤਨ ਬ੍ਰਹਮ ਰੂਪੀ ਜਲ ਦੀ ਸਾਰ ਨਹੀਂ ਹੈ, ਸੋਝੀ ਨਹੀਂ ਹੈ, ਤਾਂ ਤੂੰ ਕੂਕਣ ਪਾਹੇ। ਤਾਂ ਹੀ ਤੇਰੀਆਂ ਕੂਕਾਂ ਪੈ ਰਹੀਆਂ, ਤਾਂ ਹੀ ਰੋ ਰਿਹਾ, ਤਾਂ ਹੀ ਤੜਫ ਰਿਹਾ, ਤਾਂ ਹੀ ਟੁੱਟਿਆ ਹੋਇਆ, ਦੁਖੀ ਹੈ। ਉਹ ਤੋਂ ਟੁੱਟਣਾ ਕੂਕਾਂ ਹੀ ਹੈ। ਮਨਮੁਖ ਦਾ ਜੋ ਵੀ ਬੋਲਣਾ ਸਭ ਬਿਰਥ ਹੈ। ਉਹਦੀ ਹਾਸੀ 'ਚ ਵੀ ਰੋਣਾ, ਉਹਦੇ ਰੋਣੇ 'ਚ ਤੇ ਰੋਣਾ ਹੈ ਹੀ ਹੈ। ਉਹਦੀ ਖੁਸ਼ੀ 'ਚ ਵੀ ਦੁੱਖ ਛੁਪਿਆ ਹੋਇਆ, ਉਹਦੇ ਦੁੱਖ 'ਚ ਦੁੱਖ ਤਾਂ ਹੈ ਹੀ ਹੈ। ਉਹ ਖੁਸ਼ੀਆਂ ਵੀ ਇਸ ਕਰਕੇ ਮਨਾਉਂਦਾ ਤਾਂ ਕਿ ਦੁੱਖ ਨੂੰ ਪਿੱਛੇ ਲੁਕੋ ਲਵੇ। ਉਂਝ ਦੁਖੀ ਹੈ ਉਹ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਾਂ ਹੀ ਕੂਕ ਰਿਹਾ ਹੈ, ਚੀਕਾਂ ਪੈ ਰਹੀਆਂ, ਰੋ ਰਿਹਾ ਉੱਚੀ ਉੱਚੀ। ਬਾਬਾ ਜੀ ਕਹਿੰਦੇ ਫਰੀਦਾ ਦਰ ਦਰਵਾਜ਼ਾ ਜਾਏ ਕਹਿ, ਕਿਉਂ ਡਿੱਠੋ ਘੜਿਆਲ। ਆਹਾ, ਬਾਬਾ ਫਰੀਦ ਜੀ ਕਹਿੰਦੇ ਜਦੋਂ ਦਰਵਾਜ਼ੇ 'ਤੇ ਜਾ ਕੇ ਦੇਖੀਦਾ ਘੜਿਆਲ ਦੇ ਪੈਂਦੀਆਂ ਨਾ ਸੋਟੀਆਂ, ਇਹ ਨਿਰਦੋਸ਼ਾਂ ਮਾਰੀ ਹੈ ਹਮ ਦੋਸ਼ਾਂ ਦਾ ਕਿਆ ਹਾਲ। ਘੜਿਆਲ ਦੇ ਚੋਟਾਂ ਪੈਂਦੀਆਂ ਤੇ ਖੜਕਦਾ ਹੈ ਬੇਦੋਸ਼ਾ, ਅਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਕਿਉਂ ਨਾ ਦਰਦ ਨਿਕਲਣ ਨੂੰ, ਉਹਨਾਂ ਦੇ ਕਿਉਂ ਨਾ ਚੀਸਾਂ ਨਿਕਲਣ ਨੂੰ, ਕਿਉਂ ਨਾ ਦੁਖੀ ਹੋਣ। ਕਿਉਂਕਿ ਦੁੱਖ ਸਹੇੜੇ ਹੈ, ਦੁੱਖ ਖਰੀਦੇ ਹੈ ਮੁੱਲ। ਗਾਹਕੀ ਕੀਤੀ ਆ ਉਹਦਾ ਵਪਾਰ ਕੀਤਾ, ਬਣਜਾਰਾ ਬਣਿਆ ਤੂੰ। ਮਹਾਰਾਜ ਸਮਝਾ ਰਹੇ ਹਨ, ਕਹਿੰਦੇ ਤੂੰ ਤਾਂ ਕਰਕੇ ਦੁਖੀ ਹੈ ਭਾਈ, ਤੂੰ ਜਲ ਨਾਮ ਜਲ ਦੀ ਤੈਨੂੰ ਸੋਝੀ ਨਹੀਂ ਹੈ। ਜਲ ਥਲ ਚਹੁ ਦਿਸ ਵਰਸਦਾ, ਖਾਲੀ ਕੋ ਥਾਉ ਨਾਹੇ। ਹਰ ਜਲ ਥਲ, ਸਮੁੰਦਰਾਂ 'ਚ ਵੀ ਮੀਂਹ ਤੇ ਪਈ ਜਾਂਦਾ। ਉਹ ਇਹ ਥੋੜ੍ਹਾ ਮੀਂਹ ਇੱਦਾਂ ਥੋੜ੍ਹਾ ਰੁਕਦਾ ਵੀ ਇੱਥੇ ਤਾਂ ਚਲੋ ਦਰਿਆ ਪਾਣੀ ਵਾਧੂ ਇੱਥੇ ਨਾ ਪਈਏ। ਉਹ ਤਾਂ ਨਦੀਆਂ 'ਚ ਵੀ ਪਈ ਜਾਂਦਾ, ਸੁੱਕਿਆਂ 'ਚ ਵੀ ਪਈ ਜਾਂਦਾ। ਉਹ ਪਰਮਾਤਮਾ ਵਾਹਿਗੁਰੂ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਹੈ। ਉਹ ਤਾਂ ਜਿਨ੍ਹਾਂ ਦੇ ਕੋਲ ਬਖਸ਼ਿਸ਼ ਹੈ ਉਹਨਾਂ ਨੂੰ ਹੋਰ ਬਖਸ਼ਿਸ਼ਾਂ ਕਰੀ ਜਾਂਦਾ, ਜਿਨ੍ਹਾਂ ਕੋਲ ਨਹੀਂ ਉਹਨਾਂ ਨੂੰ ਦੇਈ ਜਾਂਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਨਿਰਗੁਣਾਂ ਨੂੰ ਗੁਣਵਾਨ ਬਣਾਈ ਜਾਂਦਾ ਹੈ, ਜਿਨ੍ਹਾਂ ਕੋਲ ਗੁਣ ਹੈ ਉਹਨਾਂ ਨੂੰ ਹੋਰ ਦੇਈ ਜਾਂਦਾ। ਇਹ ਗੁਣ ਕਿਹੜਾ? ਨਾਮ ਦਾ ਗੁਣ। ਮਹਾਰਾਜ ਕਹਿੰਦੇ ਜਲ ਥਲ ਚਹੁ ਦਿਸ ਵਰਸਦਾ। ਜਲਾਂ ਵਿੱਚ, ਥਲਾਂ ਵਿੱਚ। ਜਲਾਂ ਜਣੀ ਜਗਿਆਸੂ ਰੂਪੀ ਹਿਰਦਿਆਂ ਦੇ ਵਿੱਚ ਵੀ, ਥਲ ਜਣੀ ਸੁੱਕੇ, ਬਿਲਕੁਲ ਸੁੱਕੇ ਪੱਤੇ ਦੀ ਤਰ੍ਹਾਂ ਖੁਸ਼ਕ ਹੋ ਚੁੱਕੇ ਮਨਾਂ ਵਾਲਿਆਂ 'ਤੇ ਵੀ ਕਿਰਪਾ ਕਰਦਾ ਹੈ। ਚਾਰੇ ਪਾਸੇ ਵਰਸ ਰਿਹਾ ਹੈ। ਖਾਲੀ ਕੋ ਥਾਉ ਨਾਹੇ, ਕੋਈ ਥਾਂ ਉਹਨੇ ਖਾਲੀ ਨਹੀਂ ਛੱਡੀ ਕਿ ਇੱਥੇ ਪ੍ਰਾਪਤੀ ਨਹੀਂ ਹੋ ਸਕਦੀ। ਦੁਨੀਆ ਦੀ ਹਰ ਥਾਂ, ਹਰ ਜਗ੍ਹਾ, ਭਾਵੇਂ ਉਹ ਕਿਸੇ ਪਹਾੜ ਦੀ ਕੰਦਰ 'ਚ ਬੈਠਾ ਹੈ, ਭਾਵੇਂ ਕਿਸੇ ਦਰੱਖਤ ਦੇ ਥੱਲੇ ਬੈਠਾ ਹੈ, ਭਾਵੇਂ ਦਰੱਖਤ ਦੇ ਉੱਤੇ ਬੈਠਾ ਹੈ, ਭਾਵੇਂ ਪੁੱਠਾ ਲਟਕ ਰਿਹਾ ਹੈ, ਭਾਵੇਂ ਪਾਣੀ 'ਚ ਹੈ, ਭਾਵੇਂ ਖੁਸ਼ਕੀ 'ਚ ਹੈ, ਭਾਵੇਂ ਆਮ ਸਥਲ 'ਤੇ ਹੈ। ਪਰਮਾਤਮਾ ਦੀ ਪ੍ਰਾਪਤੀ ਮਹਾਰਾਜ ਕਹਿੰਦੇ ਹਰ ਜਗ੍ਹਾ ਹੋ ਸਕਦੀ ਹੈ। ਉਹ ਹਰ ਜਗ੍ਹਾ ਹੀ ਵਿਆਪਕ ਹੈ। ਖਾਲੀ ਕੋ ਥਾਉ ਨਾਹੇ, ਕੋਈ ਥਾਂ ਤੋਂ ਖਾਲੀ ਨਹੀਂ। ਗੱਲ ਕੀ ਹੈ? ਗੁਰੂ ਦੇ ਵਚਨ ਨੂੰ ਮੰਨਣ ਦੀ, ਆਪ ਗਵਾਉਣ ਦੀ। ਸਿੱਧ ਕਿੰਨੇ ਤਾਕਤਵਰ ਸੀ, ਕਿੰਨੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਸੀ ਉਹਨਾਂ ਵਿੱਚ। ਕੰਦਰਾਂ 'ਚ, ਗੁਫਾਵਾਂ 'ਚ ਵੜੇ ਬੈਠੇ ਸੀ।
ਗੁਰੂ ਜੀ ਨੂੰ ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਨੂੰ ਸਾਡਾ ਬਾਣਾ ਪਾ ਲਓ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਬਾਣਾ ਤਾਂ ਬਾਣੇ ਨੇ ਥੋੜ੍ਹਾ ਕੁਝ ਸਵਾਰਨਾ ਹੈ, ਬਾਣਾ ਤਾਂ ਤੁਸੀਂ ਵੀ ਯੋਗੀਓ ਪਾਇਆ ਹੋਇਆ ਇਹ ਯੋਗੀਆਂ ਵਾਲਾ। ਗੱਲ ਤੇ ਪ੍ਰਾਪਤੀ ਦੀ, ਜਿੰਨਾ ਚਿਰ ਹੰਕਾਰ ਨਹੀਂ ਛੱਡਦੇ ਹੋ ਉਨਾ ਚਿਰ ਪ੍ਰਾਪਤੀ ਨਹੀਂ ਹੋਣੀ। ਹੰਕਾਰ ਬਿਨਾਂ ਛੱਡੇ ਬਿਨਾਂ ਪ੍ਰਾਪਤੀ ਨਹੀਂ ਹੋਣੀ। ਯੋਗੀਆਂ ਨੂੰ ਗੁਰੂ ਜੀ ਨੇ ਫਿਰ ਸਮਝਾਇਆ, ਕਹਿੰਦੇ ਰਿੱਧੀਆਂ ਸਿੱਧੀਆਂ ਵੀ ਲੈ ਲਈਆਂ, ਸਿੱਧ ਬਣ ਗਏ, ਪਰ ਫਿਰ ਕੀ ਹੈ, ਸਿੱਧ ਹੋਆ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਪਰਮਾਤਮਾ ਦੇ ਨਾਮ ਨੂੰ ਚੇਤੇ ਕਰਨਾ, ਆਪਣੇ ਆਪੇ ਆਪਣੀ ਹੰਗਤਾਂ ਨੂੰ ਗਵਾਉਣਾ ਹੀ ਪ੍ਰਾਪਤੀ ਹੋ ਸਕਦੀ ਹੈ। ਅਨਥਾ ਬਾਕੀ ਸਾਰੇ ਸਾਧਨ ਖਾਲੀ ਹੈ। ਜਿਵੇਂ ਬਰਾਤ ਹੋਵੇ, ਬਥੇਰੇ ਢੋਲ ਢਮੱਕੇ ਹੋਣ, ਪ੍ਰਾਹੁਣਾ ਹੀ ਨਾ ਹੋਵੇ ਉਹਦੇ 'ਚ, ਪ੍ਰਾਹੁਣਾ ਹੋਵੇ ਹੀ ਨਾ, ਕੀ ਕਰੋਗੇ ਤੁਸੀਂ? ਬਰਾਤ ਤੋਂ ਬਿਨਾਂ, ਲਾੜੇ ਬਿਨਾਂ ਕਾਹਦੀ ਬਰਾਤ? ਇੱਦਾਂ ਹੀ ਸਾਧਨ ਜਦੋਂ ਜਿੰਨਾ ਚਿਰ ਅਸਲ ਸਾਧਨ ਨਾਮ ਨਹੀਂ, ਬਾਕੀ ਦੇ ਸਾਰੇ ਸਾਧਨ ਫਿੱਕੇ ਹੈ। ਜਦੋਂ ਨਾਮ ਹੈ ਆਪਣੇ ਆਪੇ 'ਤੇ ਕੰਮ ਕਰਦਾ, ਫਿਰ ਉਦੋਂ ਸਾਰੇ ਸਾਧਨ ਸਾਰਥਕ ਬਣ ਜਾਂਦੇ ਆ, ਸਹਾਇਤਾ ਕਰਨ ਲੱਗ ਜਾਂਦੇ ਹਨ। ਇਉਂ ਪਾਤਸ਼ਾਹ ਜੀ ਸਮਝਾ ਰਹੇ ਹਨ। ਕਹਿੰਦੇ ਭਾਈ ਇਹ ਗੱਲ ਜਾਣ ਲਓ, ਕਹਿੰਦੇ ਜਲ ਹੀ ਮਾਹੇ ਫਿਰਾਹੇ, ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੇ। ਤੈਨੂੰ ਜਲ ਦੀ ਸਮਝ ਨਹੀਂ ਪਈ ਹੈ ਬਬੀਹਾ, ਜੀਵ ਪਪੀਹਾ। ਜਿਹੜਾ ਪੰਛੀ ਪਪੀਹਾ ਹੈ ਉਹਨੂੰ ਤਾਂ ਬੜੀ ਸਮਝ ਹੈ, ਉਹ ਤਾਂ ਸਵੰਤੀ ਬੂੰਦ ਉਹਦੇ ਕਿਤੇ ਸਰੀਰ 'ਤੇ ਪੈ ਜਾਏ ਉਹਨੂੰ ਪਤਾ ਲੱਗ ਜਾਂਦਾ ਸਵੰਤੀ ਆ, ਬਸ ਨਾਲ ਦੀ ਨਾਲ ਉਹਦੀ ਪਿਆਸ ਬੁੱਝ ਜਾਂਦੀ ਹੈ। ਉਹਦੇ ਸਿਰ ਦੇ ਵਿੱਚ ਇੱਕ ਸੁਰਾਖ ਹੁੰਦਾ, ਉਹਦੇ ਵਿੱਚ ਜਦੋਂ ਸਵੰਤੀ ਨਛੱਤਰ 'ਚ ਡਿੱਗਣ ਵਾਲੀਆਂ ਬੂੰਦਾਂ 'ਚੋਂ ਇੱਕ ਵੀ ਬੂੰਦ ਉਹਦੇ ਸਿਰ 'ਚ ਵੱਜ ਜਾਏ, ਬਸ ਟਿਕ ਜਾਂਦਾ। ਇਹ ਤਾਂ ਅਜੀਬ ਪਪੀਹਾ ਜਿਹੜਾ ਸਾਡੇ ਅੰਦਰ ਲਾਏ, ਇਹਨੂੰ ਨਹੀਂ ਸਮਝ ਹੈ, ਇਹਨੂੰ ਇਸ ਗੱਲ ਦੀ ਸਮਝ ਨਹੀਂ। ਉਹ ਪਪੀਹੇ ਦੀ ਤਾਂ ਕਦੇ ਕਦਾਈ ਮਹੀਨਿਆਂ ਬਾਅਦ ਸਾਵਣ ਦੀ ਝੜੀ ਜਦੋਂ ਲੱਗਦੀ ਉਦੋਂ ਕਿਤੇ ਸਵੰਤੀ ਬੂੰਦ ਉਹਨੂੰ ਨਸੀਬ ਹੁੰਦੀ। ਆ ਸਾਡੇ ਅੰਦਰਲੇ ਪਪੀਹੇ ਨੂੰ ਤਾਂ ਅੱਜ ਹੀ ਮਿਲ ਸਕਦਾ। ਆਜ ਮਿਲਾਵਾ ਸ਼ੇਖ ਫਰੀਦ, ਢਾਕਮ ਕੁੰਜੜੀਆਂ ਮਨਹੁ ਮਚਿੰਦੜੀਆਂ, ਅੱਜ ਹੀ ਹੋ ਸਕਦੀ ਬਖਸ਼ਿਸ਼। ਪਰ ਕਾਰਨ ਕੀ ਹੈ? ਜਲ ਕੀ ਸਾਰ ਨਾ ਜਾਣਹੀ, ਇਹਨੂੰ ਸਾਰ ਨਹੀਂ ਹੈ। ਜਿੰਨਾ ਚਿਰ ਸਾਰ ਨਾ ਹੋਵੇ ਫਿਰ ਉਹਨਾਂ ਸਮਾਂ ਕੀਮਤੀ ਤੋਂ ਕੀਮਤੀ ਸ਼ੈ ਵੀ ਨਿਗੁਣੀ ਲੱਗਦੀ ਹੈ। ਜਿਤਨਾ ਸਮਾਂ ਕਿਸੇ ਚੀਜ਼ ਦੀ ਸਾਰ ਨਾ ਹੋਏ ਉਤਨਾ ਸਮਾਂ ਉਹਦੀ ਜਾਣੀ ਕਦਰ ਨਹੀਂ ਹੁੰਦੀ, ਸਮਝ ਨਹੀਂ ਹੈ, ਪਤਾ ਨਹੀਂ। ਅਤੇ ਜਦੋਂ ਸਾਰ ਹੋਵੇ ਕਿਸੇ ਚੀਜ਼ ਦੀ ਕੀ ਮੁੱਲ ਦਾ ਪਤਾ ਹੋਵੇ ਕਿ ਕਿੰਨਾ ਮੁੱਲਵਾਨ ਹੈ, ਫਿਰ ਉਹਦੀ ਸਮਝ ਰਹਿੰਦੀ ਹੈ, ਬਿਲਕੁਲ ਪਤਾ ਰਹਿੰਦਾ। ਕੋਈ ਪੁਰਾਣੇ ਟਾਈਮ ਦੀ 10-12 ਸਾਲ ਦੇ ਪਹਿਲਾਂ ਦੀ ਗੱਲ ਹੈ, ਇੱਕ ਸਾਡੇ ਜੀਪ ਹੁੰਦੀ ਸੀ, ਉਹਦੇ ਵਿੱਚ ਸਮਾਨ ਸਮੂਨ ਲੱਦਣਾ, ਇੱਧਰ ਉੱਧਰ ਲੈ ਜਾਣਾ। ਪੁਰਾਣੀਆਂ ਜੀਪਾਂ ਦੇ ਪੈਪ ਹੁੰਦੇ ਸੀ, ਬ੍ਰੇਕਾਂ ਨੂੰ ਲੱਗਦੇ ਹੁੰਦੇ ਸੀ, ਬ੍ਰੇਕ ਆਇਲ ਜਾਣ ਨੂੰ। ਉਹਦੇ ਵਿੱਚ ਇੱਕ ਰਾਤ ਕਿਤੇ ਉਹਦਾ ਨਟ ਫਰੀ ਉਹ ਮਤਲਬ ਪੈਪ ਜੀ ਫਟ ਗਈ ਜਾਂ ਅੰਦਰੋਂ ਬੋਕੀ ਕੋਈ ਫਟ ਗਈ। ਰਾਤ ਨੂੰ ਕਿਤੇ ਜਾਣਾ ਵੀ ਇਹਨੂੰ ਕੀ ਕਰੀਏ, ਉਹਦੇ ਲਈ ਪੈਪ ਦੇ ਵਿੱਚ ਫਸਾਉਣ ਨੂੰ ਇੱਕ ਮੇਖ ਚਾਹੀਦੀ ਸੀ, ਮੇਖ ਛੋਟੀ ਜਿਹੀ। ਸਾਰੀ ਰਾਤ ਖਪਦੇ ਰਹੇ, ਇੱਕ ਮੇਖ ਨਹੀਂ ਲੱਭੀ ਸਾਨੂੰ ਵੀ ਉਹਦੇ ਵਿੱਚ ਫਸਾ ਦਈਏ ਮੇਖ ਅਤੇ ਉਹਦੇ ਉੱਤੇ ਨਟ ਉੱਤੇ ਕੱਸ ਦਈਏ। ਕਮ ਸੇ ਕਮ ਇੱਦਾਂ ਹੋਏਗਾ 4 ਬ੍ਰੇਕਾਂ ਦੀ ਥਾਂ ਇੱਕ ਘੱਟ ਲੱਗ ਜਾਏਗੀ, 3 ਬ੍ਰੇਕਾਂ ਲੱਗਣਗੀਆਂ, ਤੇਲ ਤਾਂ ਨਹੀਂ ਨਾ ਡੁੱਲੇਗਾ। ਅਗਰ ਉਹ ਪਾਈਪ ਬੰਦ ਨਾ ਹੋਏ ਤਾਂ ਫਿਰ ਇੱਕ 'ਚੋਂ ਦੀ ਤੇਲ ਨਿਕਲ ਜਾਂਦਾ, ਫਿਰ 4 ਲੱਗਣੋਂ ਹਟ ਜਾਂਦੀਆਂ। ਉਹ ਜਿਹੜੀਆਂ ਮੇਖਾਂ ਆਮ ਡਿੱਗੀਆਂ ਪਈਆਂ ਹੁੰਦੀਆਂ ਉਹ ਨਹੀਂ ਲੱਭੀ। ਮੈਂ ਮਹਿਸੂਸ ਕੀਤਾ ਇਸ ਚੀਜ਼ ਨੂੰ ਵੀ ਜਿੰਨਾ ਸਮਾਂ ਸਾਨੂੰ ਲੋੜ ਨਹੀਂ ਪੈਂਦੀ ਜਾਂ ਅਸੀਂ ਉਹਦੀ ਲੋੜ ਨਹੀਂ ਮਹਿਸੂਸ ਕਰਦੇ, ਸਾਡੇ ਲਈ ਉਹ ਚੀਜ਼ ਮੁੱਲਵਾਨ ਨਹੀਂ ਹੈ। ਜਦੋਂ ਕਿਸੇ ਚੀਜ਼ ਦੀ ਲੋੜ ਮਹਿਸੂਸ ਹੋ ਗਈ, ਉਹ ਇੱਕ ਛੋਟੀ ਜਿਹੀ ਮੇਖ ਧੇਲੇ ਦੀ, ਉਹਦੀ ਵੀ ਕੀਮਤ ਦਾ ਪਤਾ ਲੱਗਦਾ ਵੀ ਕਿਹੜੀ ਚੀਜ਼ ਕਿੱਥੇ ਜ਼ਰੂਰਤ ਹੈ। ਇਹ ਬਾਹਰੀ ਉਦਾਹਰਨ ਹੈ। ਇੱਦਾਂ ਹੀ ਕਹਿੰਦੇ ਇਹੀ ਕਾਰਨ ਹੈ, ਤੈਨੂੰ ਆਤਮਿਕ ਜਲ ਦੀ ਹਜੇ ਸਾਰ ਨਹੀਂ, ਪਤਾ ਨਹੀਂ ਤੈਨੂੰ ਵੀ ਇਹਦਾ ਫਾਇਦਾ ਕੀ ਹੈ। ਬਾਬਾ ਫਰੀਦ ਜੀ ਨੇ ਇਸ ਗੱਲ ਨੂੰ ਬਿਲਕੁਲ ਇਸ ਗੱਲ ਨੂੰ ਮੰਨਿਆ, ਕਬੂਲ ਕੀਤਾ ਹੈ। ਇਹ ਗੱਲ ਉਹਨਾਂ ਦਾ ਵੱਡਾਪਨ ਹੈ। ਉਹਨਾਂ ਨੇ ਆਖਿਆ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ
ਪਾਛੈ ਪਛਤਾਣੀ। ਬਾਬਾ ਫਰੀਦ ਜੀ ਕਹਿ ਰਹੇ ਹਨ, ਕਹਿੰਦੇ ਇਹੀ ਕਾਰਨ ਹੈ ਮੈਂ ਵਾਹਿਗੁਰੂ ਹੇ ਪ੍ਰਮਾਤਮਾ ਤੇਰੀ ਮੈਂ ਸਾਰ ਨਹੀਂ ਜਾਣੀ। ਮੈਂ ਉਸ ਤਰ੍ਹਾਂ ਦਾ ਕੁਛ ਮਾਰਗ 'ਤੇ ਨਹੀਂ ਚੱਲਿਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਇਹ ਸ਼ਬਦ ਇਸ ਕਰਕੇ ਥੋੜ੍ਹਾ ਵੀ ਮੈਂ ਨਹੀਂ ਜਾਣਦਾ, ਲਓ ਜੀ ਮੈਨੂੰ, ਮੈਂ ਨਹੀਂ ਜੀ ਕੋਈ ਗਿਆਨ ਸਿੱਖਣਾ, ਮੈਂ ਨਹੀਂ ਜੀ ਕੋਈ ਧਿਆਨ ਲੈਣਾ, ਨਾ ਮੈਂ ਨਹੀਂ ਜੀ ਸਾਰ ਜਾਣਨੀ, ਨਾ। ਉਹ ਤਾਂ ਤਰਲ ਹੈ ਉੱਥੇ, ਨਾ ਮੈਨੂੰ ਕਿਸੇ ਗਿਆਨ ਦੀ ਸਮਝ ਆਈ, ਨਾ ਕੋਈ ਧਿਆਨ ਧਾਰਿਆ, ਨਾ ਮੈਂ ਤੇਰੀ ਸਾਰ ਜਾਣੀ। ਸਭ ਤੋਂ ਵੱਡਾ ਸਤਿਗੁਰ ਨਾਨਕ ਹੀ ਗੁਰੂ ਨਾਨਕ, ਮੈਂ ਹੁਣ ਤੇਰੀ ਸ਼ਰਨ ਆ ਗਿਆ। ਮੇਰੇ ਪਾਤਸ਼ਾਹ ਤੂੰ ਸਭ ਤੋਂ ਵੱਡਾ ਹੈ। ਜਿਨ ਕਲ ਰਾਖੀ ਮੇਰੀ, ਜਿਹਨੇ ਮੇਰੀ ਇੱਜ਼ਤ ਪੱਤ ਰੱਖਣੀ ਹੈ ਕਲਯੁਗ ਦੇ ਸਮੇਂ 'ਚ। ਉਹ ਕੋਈ ਸ਼ਾਬਾਸ਼ੇ ਥੋੜ੍ਹਾ ਦੇ ਰਹੇ ਆ ਉੱਥੇ ਵੀ ਗਿਆਨ ਦੀ ਲੋੜ ਨਹੀਂ, ਧਿਆਨ ਦੀ ਲੋੜ ਨਹੀਂ, ਪ੍ਰਮਾਤਮਾ ਦੀ ਸਾਰ ਨਾ ਜਾਣੋ। ਅਸੀਂ ਤਾਂ ਇੱਦਾਂ ਸਮਝਦੇ ਉਹ ਸ਼ਬਦ ਪੜ੍ਹ ਕੇ ਸੁਰਖਰੂ ਜਿਹੇ ਹੋ ਜਾਂਦੇ ਵੀ ਖੌਰੇ ਚਲੋ ਜੀ ਇਹ ਤਾਂ ਸਾਨੂੰ ਛੋਟੇ ਦੇ ਦਿੱਤੀ, ਕਿਸੇ ਗਿਆਨ ਦੀ ਲੋੜ ਨਹੀਂ, ਕਿਸੇ ਧਿਆਨ ਦੀ ਲੋੜ ਨਹੀਂ। ਉੱਥੇ ਤਾਂ ਤਰਲ ਹੈ। ਜਿਵੇਂ ਕੋਈ ਬੱਚਾ ਹੱਥ ਜੋੜ ਕੇ ਟੀਚਰ ਦੇ ਕੋਲ ਖੜ੍ਹਦਾ, ਮੈਂ ਬਿਮਾਰ ਹੋ ਗਿਆ ਸੀ, ਮੇਰੇ ਘਰ ਦੇ ਵਿੱਚ ਮਜਬੂਰੀ ਹੋ ਗਈ ਸੀ, ਇੱਦਾਂ ਹੋ ਗਿਆ ਸੀ, ਉਹਦੇ ਕਰਕੇ ਮੈਂ ਪੇਪਰ ਨਹੀਂ ਦੇ ਸਕਿਆ, ਜਾਂ ਦਿੱਤੇ ਇੱਦਾਂ ਹੋ ਗਏ, ਜਾਂ ਕਿਰਪਾ ਕਰਕੇ ਮੈਨੂੰ ਬਖਸ਼ ਲਓ। ਇੱਥੇ ਮੇਰਾ ਕੋਈ ਇਸ ਤਰੀਕੇ ਦੀ ਬੇਨਤੀ ਕਰਨੀ ਹੁੰਦੀ ਟੀਚਰ ਅੱਗੇ ਜਿਵੇਂ ਕਰਦਾ ਹੈ, ਉੱਦਾਂ ਉੱਥੇ ਤਰਲਾ ਹੈ ਮਹਾਰਾਜ ਨੇ ਲੈ। ਇੱਥੇ ਸਮਝਾ ਰਹੇ ਆ, ਕਹਿੰਦੇ ਜਲ ਕੀ ਸਾਰ ਨਾ ਜਾਣਹੀ। ਉੱਦਾਂ ਤਾਂ ਤੂੰ ਸਾਰ ਨਹੀਂ ਜਾਣਦਾ, ਉਹਨਾਂ ਚਿਰ ਤੈਨੂੰ ਸਾਰ ਆਉਣੀ ਵੀ ਨਹੀਂ ਜਿੰਨਾ ਚਿਰ ਤੇਰੇ ਪਈਆਂ ਨਾ ਸਿਰ 'ਚ। ਕਬੀਰ ਜੀ ਨੇ ਆਖਿਆ, ਕਹਿ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੈ। ਇਹ ਤਾਂ ਕਬੀਰ ਜੀ ਦਾ ਫੈਸਲਾ ਹੈ। ਜਦੋਂ ਜਮ ਦਾ ਡੰਡਾ ਆ ਕੇ ਸਿਰ 'ਚ ਵੱਜਦਾ ਉਦੋਂ ਅੱਖਾਂ ਖੁੱਲ੍ਹਦੀਆਂ। ਪਰ ਇੱਕ ਗੱਲ ਨਾਲ ਹੋਰ ਕਹਿ ਦਿੱਤੀ, ਜਦੋਂ ਅੱਖ ਖੁੱਲ੍ਹਣੀ ਹੈ ਉਦੋਂ ਅੱਖ ਖੋਲ੍ਹਣ ਦਾ ਸਮਾਂ ਨਹੀਂ ਲੱਗਣਾ। ਫਿਰ ਵੀ ਆਖੋ ਜੀ ਉਦੋਂ ਜਦੋਂ ਮਰਨ ਲੱਗੇ ਤੇ ਅੱਖ ਖੁੱਲ੍ਹ ਗਈ ਤੇ ਅਸੀਂ ਆਖੀਏ ਜੀ ਲੈ ਵੀ ਹੁਣ ਨਿਬੇੜ ਲਈਏ ਕੰਮ, ਹੁਣ ਨੇ, ਹੁਣ ਤੇ ਗਿਆ ਵੇਲਾ। ਕਰਨੋ ਹੁਤੋ, ਗੁਰੂ ਤੇਗ ਬਹਾਦਰ ਜੀ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਾਮ ਗਇਓ, ਅਬ ਕਿਉਂ ਰੋਵਤ ਅੰਧ। ਉਹਨਾਂ ਨੇ ਵੀ ਕਹਿਣਾ ਵੀ ਕਰਨ ਦਾ ਜਿਹੜਾ ਵੇਲਾ ਸੀ ਉੱਥੇ ਕੀਤਾ ਨਹੀਂ, ਜਦੋਂ ਕੰਮ ਸੀ ਮੌਕਾ ਸੀ ਉਦੋਂ ਤੇ ਕੀਤਾ ਨਹੀਂ। ਉਦੋਂ ਤੇ ਖਰਗੋਸ਼ ਦੀ ਤਰ੍ਹਾਂ ਵੀ ਬਥੇਰਾ ਟਾਈਮ ਪਿਆ, ਬਥੇਰਾ ਪਿਆ, ਐਵੇਂ ਕਦੇ ਕਿਤੇ ਲੇਟ ਗਿਆ, ਕਦੇ ਕਿਤੇ ਲੱਗ ਗਿਆ, ਕਿਤੇ ਕਿਤੇ। ਉਹ ਜੇ ਚੱਲਿਆ ਰਹਿੰਦਾ ਖਰਗੋਸ਼ ਦੀ ਚਾਲੇ ਵੀ ਚੱਲਿਆ ਰਹਿੰਦਾ ਪਹੁੰਚ ਜਾਣਾ ਸੀ। ਕੁਛ ਆਹੋਂ ਮੈਂ ਕੱਟ ਗਈ, ਕੁਛ ਗੁਨਾहों में कट गई, चलने वाले मंजिल पे जा लगे, रास्ता बदलने वालों की राहों में कट गई। ਚੱਲੋਗੇ ਤਾਂ ਹੀ ਹੈ, ਚਲਦੇ ਰਹੋ, ਚਲਦੇ ਰਹੋ, ਚੱਲੀ ਜਾਓ, ਕਿਤੇ ਨਾ ਕਿਤੇ ਪਹੁੰਚਾਂਗੇ। ਤਾਂ ਮਹਾਰਾਜ ਜੀ ਕਹਿੰਦੇ ਹਨ, ਕਹਿੰਦੇ ਤੈਨੂੰ ਸਾਰੇ ਨਹੀਂ ਹੈ ਉਹਦੀ ਬਸ, ਤਾਂ ਤੂੰ ਕੂਕਣ ਪਾਹੇ, ਤੂੰ ਚੀਕਾਂ ਤਾਂ ਮਾਰ ਰਿਹਾ। ਪਰ ਇੱਕ ਗੱਲ ਯਾਦ ਰੱਖੀ, ਕਹਿੰਦੇ ਜਲ ਥਲ ਚੌ ਦਿਸ ਵਰਸਦਾ, ਖਾਲੀ ਕੋ ਥਾਂ ਨਾ ਹੈ। ਕੋਈ ਥਾਂ ਉਹ ਤੋਂ ਖਾਲੀ ਹੈ ਨਹੀਂ। ਬਸ ਗੱਲ ਹੈ ਤੂੰ ਆਪਣੇ ਅੰਦਰਲੇ ਭਾਂਡੇ ਨੂੰ ਛੋਹ ਦੇ ਨੂੰ ਸਿੱਧਾ ਕਰ, ਖਾਲੀ ਕੋਈ ਥਾਂ ਨਹੀਂ। ਏਤਾ ਜਲ ਵਰਸਦਾ ਤਿਖ ਮਰਹਿ, ਭਾਗ ਤਿੰਨਾ ਕੇ ਨਾ ਹੈ। ਗੁਰੂ ਜੀ ਕਹਿੰਦੇ ਇੰਨਾ ਮੀਂਹ ਪੈਂਦਾ ਹੋਵੇ ਫਿਰ ਵੀ ਕੋਈ ਪਿਆਸਾ ਹੀ ਮਰ ਜਾਏ। ਆਹਾ, ਇੰਨਾ ਮੀਂਹ ਪਵੇ, ਬਿਨਾਂ ਬੱਦਲਾਂ ਤੋਂ ਬਰਸਾਤ ਹੋਈ ਜਾਂਦੀ ਹੈ, ਬਿਨ ਬਾਦਲ ਵਰਖਾ ਹੋਈ। ਆਹ ਕਿੱਦਾਂ ਦੀ ਗੱਲ ਕਹੀ ਮਹਾਰਾਜ ਨੇ। ਹੋ ਰਹੀ ਆ, ਆ ਬਾਹਰਲੇ ਬੱਦਲ ਨਹੀਂ ਦਿਖ ਰਹੇ ਪਰ ਵਰਖਾ ਫਿਰ ਵੀ ਹੋ ਰਹੀ। ਇਹ ਤਾਂ ਜਲ ਵਰਸਦਾ ਤਿਖ ਮਰੈ, ਫਿਰ ਵੀ ਪਿਆਸਾ ਮਰ ਜਾਏ ਤੂੰ, ਫਿਰ ਕੀ ਕਹੇਗਾ ਤੈਨੂੰ, ਫਿਰ ਕੀ ਕਹੀਏ ਤੈਨੂੰ। ਮਹਾਰਾਜ ਕਹਿੰਦੇ ਭਾਗ ਤਿੰਨਾ ਕਿ ਨਾ, ਫਿਰ ਤੈਨੂੰ ਬੇਭਾਗ ਆਖਾਂਗੇ, ਮੰਦ ਭਾਗ ਆਖਾਂਗੇ, ਫੁੱਟੇ ਕਰਮਾਂ ਵਾਲਾ ਆਖਾਂਗੇ। ਇੱਥੇ ਲਫ਼ਜ਼ ਵਰਤੇ ਜਾਣਗੇ, ਤੇਰੇ ਭਾਗ ਤੇਰੇ ਨਾਲ ਨਹੀਂ ਹਨ, ਸਾਥ ਨਹੀਂ ਦੇ ਰਹੇ, ਤੇਰੇ ਕਰਮ ਚੰਗੇ ਨਹੀਂ ਹਨ। ਇੰਨਾ ਮੀਂਹ ਪਿਆ ਅਤੇ ਤੂੰ ਸੁੱਕਾ ਹੀ ਰਹਿ ਗਿਆ, ਤੂੰ ਪਿਆਸਾ ਹੀ ਮਰ ਗਿਆ, ਤੇਰੇ ਕੋਲ ਬੂੰਦ ਵੀ ਨਾ ਤੂੰ ਲੈ ਸਕਿਆ। ਗੁਰੂ ਜੀ ਕਹਿੰਦੇ ਨਾਨਕ ਗੁਰਮੁਖ ਤਿਨ ਸੋਝੀ ਪਈ, ਜਿਨ ਵਸਿਆ ਮਨ ਮਾਹੇ। ਨਾਲ ਨਾਲ ਇਹ ਵੀ ਸਮਝਾ ਰਹੇ, ਕਹਿੰਦੇ ਨਾਨਕ ਗੁਰਮੁਖ ਤਿਨ ਸੋਝੀ ਪਈ, ਉਹਨਾਂ ਨੂੰ ਗੁਰਮੁਖਾਂ ਨੂੰ ਸੋਝੀ ਵੀ ਪੈ ਜਾਂਦੀ ਹੈ। ਕੋਈ ਵਿਰਲੇ ਵਿਰਲੇ ਜਾਗ ਵੀ ਜਾਂਦੇ ਆ ਬਈ, ਸਾਰੇ ਤਾਂ ਨਹੀਂ ਹੁੰਦੇ ਵੀ ਸੁੱਤੇ ਹੀ ਰਹਿੰਦੇ। ਕੋਈ ਉਹ ਆਵਾਜ਼ ਸੁਣ ਕੇ
ਉੱਠੋ ਉੱਠੋ ਸੁੱਤੇ ਹੋ, ਚੱਲਿਆ ਵਣਜਾਰਾ। ਜਾਗੋ ਜਾਗੋ ਸੁੱਤੇ ਹੋ, ਜਾਗੋ ਜਾਗੋ ਭਾਈ, ਸੁੱਤੇ ਹੋਏ ਬੰਦਿਓ, ਵਣਜਾਰਾ ਜਾ ਰਿਹਾ ਹੈ। ਸਮਾਂ ਲੰਘ ਰਿਹਾ ਵਣਜ ਕਰਨ ਦਾ। ਫਿਰ ਉਹ ਜਾਗ ਜਾਂਦੇ। ਜਿਨ ਵਸਿਆ ਮਨ ਮਾਹੇ, ਫਿਰ ਜਿਨ੍ਹਾਂ ਦੇ ਮਨ 'ਚ ਵਸਦਾ ਹੈ, ਹਿਰਦੇ 'ਚ ਨਾਮ ਵਸਦਾ, ਉਹਨਾਂ ਨੂੰ ਜਾਗੇ ਜਾਣੋ, ਉਹੀ ਅਸਲ ਜਾਗੇ ਹਨ। ਮਹਾਰਾਜ ਕਹਿੰਦੇ ਅੱਖਾਂ ਤਾਂ ਸਾਡੀਆਂ ਖੁੱਲ੍ਹੀਆਂ ਨੇ, ਪਰ ਸਾਡਾ ਜਾਗਣਾ ਕਾਹਦਾ ਜਾਗਣਾ। ਸਾਡੀਆਂ ਤਾਂ ਅੱਖਾਂ ਖੁੱਲ੍ਹੀਆਂ ਵੀ ਪਥਰਾਈਆਂ ਪਈਆਂ ਨੇ, ਸਾਡਾ ਜਾਗਣਾ ਕਾਹਦਾ ਜਾਗਣਾ। ਅਸੀਂ ਚੇਸ਼ਟਾ ਕਰ ਰਹੇ, ਪਰ ਇਹਨਾਂ 'ਚੋਂ ਨਿਕਲਣਾ ਕੁਛ ਨਹੀਂ। ਸਾਡੀ ਹਾਲਤ ਗੁਰੂ ਜੀ ਨੇ ਉਹਨਾਂ ਤਿਲਾਂ ਦੇ ਬੂਟਿਆਂ ਦੇ ਨਾਲ ਦਿੱਤੀ ਹੈ, ਜਿਹੜੇ ਬੂਟੇ ਤਿਲਾਂ ਦੇ ਵਿੱਚ ਉਗਦੇ ਵੀ ਹੈ, ਫਲ ਵੀ ਲੱਗਦੇ ਆ, ਉਹਨਾਂ ਨੂੰ ਤਿਲ ਜੇ ਲੱਗਦੇ ਉੱਤੇ, ਫੁੱਲ ਵੀ ਲੱਗਦੇ ਆ, ਪਰ ਜਦੋਂ ਉਹਨਾਂ ਨੂੰ ਵਿੱਚੋਂ ਖੋਲ੍ਹ ਕੇ ਵੇਖਦੇ, ਵਿੱਚੋਂ ਸਵਾਹ ਨਿਕਲਦੀ। ਬਾਣੀ 'ਚ ਲਿਖਿਆ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੂਈਆਂ ਹੀ ਅੰਦਰ ਖੇਤ, ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਆ, ਫੁਲੀਆ ਬੱਪੜੇ ਭੀ ਤਨ ਵਿੱਚ ਸੁਆ। ਫੁੱਲ ਜੇ ਵੀ ਲੱਗਦੇ ਆ, ਤਿਲ ਦਾ ਫੁੱਲ ਬੜਾ ਸੋਹਣਾ ਹੁੰਦਾ, ਬੜੇ ਸੋਹਣੇ ਫੁੱਲ ਲੱਗਦੇ ਆ, ਲੱਗਦੇ ਫਲ ਵੀ ਲੱਗੇ ਹੋਏ ਆ, ਪਰ ਵਿੱਚੋਂ ਜਦੋਂ ਦੇਖਾਂਗੇ ਵਿੱਚ ਸੁਆਹ ਪਈ ਹੈ। ਬਸ ਉਹ ਹਾਲਤ ਹੈ ਸਾਡੀ। ਪਰ ਜਿਨ੍ਹਾਂ ਨੂੰ ਸੋਝੀ ਪੈਂਦੀ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਮਨ 'ਚ ਵਸਦਾ, ਜਿਨ੍ਹਾਂ ਦੇ ਮਨ 'ਚ ਵਸਦਾ ਉਹਨਾਂ ਨੂੰ ਇਹ ਜਾਗੇ ਜਾਣੋ, ਉਹੀ ਅਸਲ ਸਮਝ ਵਾਲੇ ਆ, ਉਹੀ ਜਾਗੇ ਹਨ। ਅਸੀਂ ਤਾਂ ਅੱਖਾਂ ਖੁੱਲ੍ਹੀਆਂ ਹਨ, ਖੁੱਲ੍ਹੀਆਂ ਅੱਖਾਂ 'ਚ ਸੁੱਤੇ ਪਏ ਹਾਂ। ਅਸੀਂ ਤਾਂ ਇੰਦਰੇ ਸਾਡੇ ਚੇਸ਼ਟਾ ਕਰਦੇ ਹਨ, ਕਿਰਿਆ ਕਰ ਰਹੇ ਹਨ, ਪਰ ਨਿਕਲਣਾ ਇਹਨਾਂ 'ਚੋਂ ਕੁਛ ਨਹੀਂ, ਕਿਰਿਆਵਾਂ 'ਚੋਂ ਸਾਡੀਆਂ 'ਚ ਪਹੁੰਚਣਾ ਕਿਤੇ ਨਹੀਂ। ਐਂਡ ਨਹੀਂ ਵਧੀਆ। ਜਿੰਨੀਆਂ ਮਰਜ਼ੀ ਤੁਸੀਂ ਨਾਟਕ ਫਿਲਮਾਂ ਦੇਖਦੇ, ਉਹਦਾ ਐਂਡ ਹੁੰਦਾ ਜਿਹੜਾ ਵਧੀਆ ਦਿੰਦੇ ਆ ਐਨ, ਪਰ ਸਾਡੀ ਜ਼ਿੰਦਗੀ ਦਾ ਵਧੀਆ ਨਹੀਂ। ਸਾਡੀ ਜ਼ਿੰਦਗੀ ਦੀ ਸਕ੍ਰਿਪਟ ਐਸੀ ਹੈ, ਜੇ ਕਿਤੇ ਵੇਖੀਏ ਲਗਭਗ ਵਿਚਕਾਰੋਂ ਜਿਹੀ ਟੁੱਟ ਜਾਂਦੀ, ਰੁਕ ਜਾਂਦੀ, ਅਤੇ ਭਟਕਣਾ ਫਿਰ ਅਨੰਤ ਕਲਪ ਬਰਖ ਤੱਕ ਭਟਕਣਾ ਹੀ ਭਟਕਣਾ ਹੈ, ਇਉਂ ਸਮਝਾ ਰਹੇ। ਪਰ ਗੁਰਮੁਖ ਸੋਝੀਵਾਨ ਹੋ ਜਾਂਦੇ ਹਨ। ਪੌੜੀ ਵਿੱਚ ਸਮਝਾ ਰਹੇ, ਨਾਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ, ਨਾਥ ਜਤੀ ਸਿੱਧ ਪੀਰ। ਉਹ ਕਿੱਡਾ ਵੱਡਾ ਪਰਮਾਤਮਾ ਬੇਅੰਤ ਹੈ। ਕਿੰਨੇ ਹੀ ਨਾਥ ਹੋ ਗੁਜਰੇ, 9 ਨਾਥ, ਜਤੀ 6 ਜਤੀ ਵੱਡੇ ਵੱਡੇ ਮੰਨੇ ਆ, ਸਿੱਧ 84 ਸਿੱਧ ਮੰਨੇ ਆ, ਪੀਰ ਮੰਨੇ ਕਿੰਨੇ ਹੀ ਪੈਗੰਬਰ। ਮਹਾਰਾਜ ਕਹਿੰਦੇ ਕਿਨੈ ਅੰਤ ਨਾ ਪਾਇਆ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਮੁੱਕ ਥੋੜ੍ਹਾ ਚੱਲੀਆਂ ਵੀ ਉਹ ਇੰਨੇ ਹੋ ਚੱਲੇ ਵੀ ਚਲੋ ਤੇਰੇ ਵਾਰੀ ਮੁੱਕ ਜਾਏਗਾ, ਨਾ, ਕਿਸੇ ਉਹਦਾ ਅੰਤ ਨਹੀਂ ਪਾਇਆ, ਕੋਈ ਅੰਤ ਨਹੀਂ ਪਾ ਸਕਦਾ। ਉਹ ਬੇਅੰਤ ਹੈ ਵਾਹਿਗੁਰੂ, ਉਹਦੇ ਭੰਡਾਰੇ ਹਮੇਸ਼ਾ ਹੀ ਭਰੇ ਭਰੇ ਹੈ। ਤੂੰ ਝੋਲੀ ਅੱਡ ਕੇ ਖੜ੍ਹ ਜਾ, ਤੇਰੀ ਵੀ ਝੋਲੀ ਉਹਨੇ ਭਰ ਦੇਣੀ ਹੈ। ਗੁਰਮੁਖ ਨਾਮ ਧਿਆਏ ਤੁਝੈ ਸਮਾਇਆ। ਨਾਲ ਗੁਰੂ ਜੀ, ਗੁਰੂ ਨਾਨਕ ਦੇਵ ਜੀ ਦੀ ਪੌੜੀ ਹੈ, ਕਹਿੰਦੇ ਗੁਰਮੁਖ ਨਾਮ ਧਿਆਏ ਤੁਝੈ ਸਮਾਇਆ। ਜਿਹੜੇ ਗੁਰਮੁਖ ਨਾਮ ਜਪਦੇ ਹਨ, ਜਿਹੜੇ ਨਾਮ ਧਿਆਉਂਦੇ ਹਨ, ਗੁਰੂ ਜੀ ਕਹਿੰਦੇ ਉਹ ਗੁਰਮੁਖ ਨਾਮ ਧਿਆ ਕੇ ਤੇਰੇ ਵਿੱਚ ਹੀ ਸਮਾ ਜਾਂਦੇ ਹਨ, ਤੇਰੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਗੁਰਮਤਿ ਦਾ ਇਹ ਮਹਾਰਾਜ ਜੀ ਦਾ ਨਜ਼ਰੀਆ ਹੈ, ਇਹ ਮਹਾਰਾਜ ਜੀ ਦਾ ਕਹਿਣਾ ਹੈ, ਹੁਕਮ ਹੈ ਕਿ ਨਾਮ ਪਰਮਾਤਮਾ 'ਚ ਅਭੇਦ ਕਰ ਦਿੰਦਾ ਹੈ। ਆਪੋ ਆਪਣੇ ਮੱਤਾਂ ਦਾ, ਆਪੋ ਆਪਣੇ ਮਹਾਤਮਾਵਾਂ ਦੇ, ਸਾਰਿਆਂ ਦੇ ਆਪਣੇ ਨਿੱਜੀ ਤਜਰਬੇ ਹੁੰਦੇ ਹਨ, ਉਹਨਾਂ ਦੇ ਕੁਝ ਉਪਦੇਸ਼ ਵੀ ਹਨ। ਟੋਲਸਟਾਏ ਕੁਛ ਹੋਰ ਕਹੇਗਾ, ਤਾਓ ਕੁਛ ਹੋਰ ਕਹੇਗਾ। ਅਗਰ ਬੁੱਧ ਨੂੰ ਪੜ੍ਹਾਂਗੇ, ਮਹਾਂਵੀਰ ਨੂੰ ਪੜ੍ਹਾਂਗੇ, ਉਹਨਾਂ ਦੇ ਆਪੋ ਆਪਣੇ ਹਨ ਮੰਨਣਾ। ਪਰ ਗੁਰੂ ਜੀ ਨੂੰ ਜਦੋਂ ਪੜ੍ਹਦੇ ਹਾਂ ਤਾਂ ਗੁਰਬਾਣੀ ਕਹਿੰਦੀ ਹੈ ਵੀ ਨਾਮ ਪਰਮਾਤਮਾ 'ਚ ਭੇਦ ਕਰਦਾ। ਗੁਰਬਾਣੀ ਦਾ ਮੰਨਣਾ ਇਹ ਜ਼ਰੂਰੀ ਨਹੀਂ ਦੂਜਾ ਉਹਦੇ ਨਾਲ ਸਹਿਮਤ ਹੋਵੇ ਨਾ ਹੋਵੇ, ਪਰ ਗੁਰਬਾਣੀ ਇਹ ਗੱਲ ਕਹਿੰਦੀ ਹੈ, ਜੋ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤਾ, ਜੋ ਜਾਣਿਆ, ਜੋ ਪਰਮਾਤਮਾ ਦੇ ਦਰੋਂ ਉਹਨਾਂ ਨੂੰ ਮਿਲਿਆ, ਉਹ ਹੁਕਮ ਉਹਨਾਂ ਨੇ ਸਾਨੂੰ ਦਿੱਤਾ। ਕਹਿੰਦੇ ਗੁਰਮੁਖ ਨਾਮ ਧਿਆਏ ਤੁਝਾ ਸਮਾਇਆ। ਜਿਹੜਾ ਗੁਰਮੁਖ ਨਾਮ ਜਪੇਗਾ ਤੇਰੇ 'ਚ ਅਭੇਦ ਹੋਏਗਾ। ਇਹ ਗੁਰੂ ਨਾਨਕ ਦਾ ਫੈਸਲਾ ਹੈ।
जुग 36 गुबार तिस ही पाया, ते नहीं ते भटकना। 36 युगां तक, बड़े लंबे समय तक कुछ भी नहीं सी बनया। जदों परलों ਜਿਹਨੂੰ ਕਹਿ ਦਿੰਦੇ ਆ, ਗੁਬਾਰ ਅੰਧਕਾਰ ਉਹਦੇ ਪਾਣੀ 'ਚ ਹੋਇਆ ਰਿਹਾ। ਜਲਾ ਬਿੰਬ ਅਸਰਾਲ, ਜਲ ਹੀ ਜਲ, ਬਿੰਬ ਵੀ ਜਲ ਨੂੰ ਕਹਿ ਦਿੰਦੇ, ਪਾਣੀ ਹੀ ਪਾਣੀ। ਅਸਰਾਲ ਕੈਸਾ ਭਿਆਨਕ ਮੰਜ਼ਰ ਹੈ। ਤੇ ਨਾ ਵਰਤਾਇਆ, ਉਹਨੇ ਵਰਤਾਇਆ ਹੋਇਆ ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਜਦੋਂ ਮਹਾਂਪਰਲੈ ਸੀ ਚਾਰੇ ਪਾਸੇ, ਕਈ ਕਹਿੰਦੇ ਜੀ ਬਾਣੀ 'ਚ ਜ਼ਿਕਰ ਨਹੀਂ ਆਉਂਦਾ ਮਹਾਂਪਰਲੈ ਦਾ, ਆ ਰਿਹਾ, ਆ ਲਿਖਿਆ ਪਿਆ। ਜੁਗ 36 ਗੁਬਾਰ ਤਿਸ ਹੀ ਪਾਇਆ, ਜਲਾ ਬਿੰਬ ਅਸਰਾਲ, ਤੇ ਨਾ ਵਰਤਾਇਆ 1282 ਅੰਗ। ਤੇ ਤਾਂ ਹੀ ਮੈਂ ਕਹਿਣਾ ਹੁੰਦਾ ਵੀ ਗੁਰਬਾਣੀ ਨੂੰ ਸਹਿਜ ਪਾਠ ਰੂਪ 'ਚ ਕਰੋ, ਅਤੇ ਗੁਰਬਾਣੀ ਦੀ ਵਿਚਾਰ ਲਗਾਤਾਰ ਪੜ੍ਹੀ ਚੱਲੋ, ਸੁਣੀ ਚੱਲੋ। ਇੱਕ ਓਂਕਾਰ ਤੋਂ 18-10-20 ਤੱਕ ਜਦੋਂ ਲੜੀਵਾਰ ਸੁਣੋਗੇ, ਫਿਰ ਕੁਝ ਐਸੀਆਂ ਗੱਲਾਂ ਖੁੱਲ੍ਹਣਗੀਆਂ ਜਿਹੜੀਆਂ ਅਸੀਂ ਮੰਨਦੇ ਨਹੀਂ, ਉਹ ਮੰਨਣੀਆਂ ਪੈਣਗੀਆਂ। ਕੁਝ ਐਸੀਆਂ ਧਾਰਨਾਵਾਂ ਟੁੱਟਣਗੀਆਂ ਜਿਹੜੀਆਂ ਅਸੀਂ ਮੰਨੀ ਬੈਠੇ ਔਰ ਹੈ ਨਹੀਂ ਉਹ। ਇਹ ਸਾਰੀ ਜਦੋਂ ਪੜ੍ਹਾਂਗੇ ਫਿਰ ਪਤਾ ਲੱਗਦਾ। ਇੱਥੇ ਹੁਣ ਸਮਝਾ ਰਹੇ, ਕਹਿੰਦੇ ਮਹਾਂਪਰਲੈ ਹੁੰਦੀ ਜਦੋਂ, ਇਹ ਵੀ ਉਹਦੇ ਹੁਕਮ 'ਚ ਹੀ ਹੈ। ਨੀਲ ਅਨੀਲ ਅਗੰਮ ਸੁਰਜੀਤ ਸਵਾਇਆ, ਨੀਲ ਅਨੀਲ, ਨੀਲ ਅਸੰਖ ਤੋਂ ਵੀ ਉੱਤੇ ਹੋ ਜਾਂਦਾ। ਅਨੀਲ ਜਿਹੜਾ ਗਿਣਤੀ ਤੋਂ ਹੀ ਪਰੇ, ਅਗੰਮ ਪਹੁੰਚ ਤੋਂ ਪਰੇ। ਇੰਨਾ ਸਮਾਂ ਵੀ ਲੰਘ ਗਿਆ, ਸੁਰਜੀਤ ਸਵਾਇਆ, ਉਹ ਵਾਹਿਗੁਰੂ ਅਕਾਲ ਪੁਰਖ ਜੋ ਖੁਦ ਸੁਰਜੀਤ ਹੈ, ਜੀਵਤ ਹੈ, ਫਿਰ ਉਹ ਸਾਰਿਆਂ ਨੂੰ ਦੁਬਾਰਾ ਫਿਰ ਜ਼ਿੰਦਗੀ ਦਿੰਦਾ। ਸੰਸਕਾਰ ਜਿਹੜੇ ਪਏ ਹੁੰਦੇ ਜੀਵਾਂ ਦੇ, ਉਹ ਪਏ ਰਹਿੰਦੇ ਆ। ਜਿਵੇਂ ਬ੍ਰਹਮ ਦੇ ਕਿਸੇ ਦੇਸ਼ ਦੇ ਵਿੱਚ, ਥੋੜ੍ਹੀ ਜਿਹੀ ਗੱਲ ਸਮਝ ਨਹੀਂ ਲੱਗਣੀ, ਜਿਵੇਂ ਸਰੀਰ ਦੇ ਵਿੱਚ ਇੱਕ ਤਿਲ ਕਿਤੇ ਪਿਆ ਹੁੰਦਾ, ਇੱਦਾਂ ਹੀ ਸਾਰੀ ਸ੍ਰਿਸ਼ਟੀ ਦੇ ਕਰਮ ਇੱਦਾਂ ਕਿਤੇ ਪਏ ਹੁੰਦੇ ਬ੍ਰਹਮ ਦੇ ਵਿੱਚ। ਇੱਦਾਂ ਉਹ ਕੀਤੇ ਕਰਮ ਜਦੋਂ ਪ੍ਰਪੱਕਵ ਹੁੰਦੇ ਹਨ ਫਲ ਦੇਣ ਦੇ ਲਈ, ਫਿਰ ਉਹ ਪਰਲੋ ਮਹਾਂਪਰਲੋ ਤੋਂ ਫਿਰ ਉਹ ਫੁਰਨਾ ਪੈਦਾ ਹੁੰਦਾ, ਜਿਹਨੂੰ ਮਾਇਆ ਕਹਿੰਦੇ। ਫਿਰ ਦੁਨੀਆ ਸਾਜੀ ਜਾਂਦੀ ਹੈ, ਕਹਿੰਦੇ ਹਨ। ਕਹਿੰਦੇ ਫਿਰ ਇਉਂ ਸ਼ੁਰੂ ਹੋ ਜਾਂਦਾ ਹੈ ਸਾਰਾ ਖੇਡ। ਜਲਾ ਬਿੰਬ ਅਸਰਾਲ, ਇਹ ਸਾਰਾ ਕੁਝ ਹੈ। ਅਗਨ ਉਪਾਈ ਵਾਦ ਭੁੱਖ ਤਿਹਾਇਆ, ਫਿਰ ਉਹਨੇ ਅੱਗ ਪੈਦਾ ਕੀਤੀ, ਵਾਦ ਹਵਾ ਪੈਦਾ ਕੀਤੀ, ਫਿਰ ਇਨਸਾਨ ਬਣ ਗਏ। ਫਿਰ ਭੁੱਖ ਪਿਆਸ ਉਹਨਾਂ ਦੇ ਅੰਦਰ ਪੈਦਾ ਕੀਤੀ, ਬਣਾਏ ਉਹਨੇ। ਇਹਦੇ ਵਿੱਚ ਬੰਦਾ ਲੱਗ ਗਿਆ। ਦੁਨੀਆ ਕੈਸਰ ਕਾਲ ਦੂਜਾ ਪਾਇਆ, ਫਿਰ ਦੁਨੀਆ ਦੇ ਸਿਰ 'ਤੇ ਮੌਤ ਵੀ ਖੜੀ ਕਰ ਦਿੱਤੀ, ਸਮਾਂ ਦੇ ਦਿੱਤਾ, ਇੰਨਾ ਸਮਾਂ ਹੈ। ਪਰ ਬੰਦਾ ਇਹ ਸਾਰੀ ਖੇਡ ਨੂੰ ਭੁੱਲ ਕੇ ਦੂਜਾ ਪਾਇਆ, ਪਰਮਾਤਮਾ ਨੂੰ ਛੱਡ ਕੇ ਦੂਜੀ ਤਰਫ ਮਨਮੁਖਤਾਈ ਵਾਲੇ ਮਾਰਗ 'ਤੇ ਮਾਇਆ 'ਚ ਫਸਿਆ ਪਿਆ ਹੈ, ਉੱਧਰ ਨੂੰ ਜਾ ਰਿਹਾ ਹੈ। ਇਉਂ ਸਮਝਾ ਰਹੇ ਹਨ, ਰੱਖੈ ਰੱਖਣਹਾਰ ਜਿਨ ਸ਼ਬਦ ਬੁਝਾਇਆ। ਕਹਿੰਦੇ ਰੱਖਣਹਾਰਾ ਵਾਹਿਗੁਰੂ ਰੱਖ ਸਕਦਾ। ਉਹ ਵਾਹਿਗੁਰੂ ਜੀ ਨੇ ਸ਼ਬਦ ਦੀ ਸੋਝੀ ਮਨੁੱਖਤਾ ਨੂੰ ਪਾਈ, ਔਰ ਸ਼ਬਦ ਦਾ ਉਪਦੇਸ਼ ਜਿਹਨੇ ਗੁਰੂ ਦੇ ਰਾਹੀਂ ਦੁਨੀਆ ਨੂੰ ਦਿੱਤਾ, ਉਹ ਇਨਸਾਨ ਨੂੰ, ਜੀਵ ਨੂੰ ਰੱਖ ਵੀ ਸਕਦਾ ਹੈ। ਪਰ ਜੇ ਜੀਵ ਗੁਰੂ ਵਾਲਾ ਬਣ ਕੇ ਉਹਦੇ ਸ਼ਬਦ ਨਾਲ ਜੁੜੇ, ਉਹਦੇ ਨਾਮ ਨੂੰ ਜਪੇ, ਅਤੇ ਉਹਦੇ ਵਿੱਚ ਭੇਦ ਹੋ ਸਕਦਾ ਹੈ। ਅਤੇ ਇਸ ਲੰਮੇ ਪੈਂਡੇ ਤੋਂ ਬਚ ਕੇ ਸਦੀਵੀ ਵਿਸ਼ਰਾਮ, ਸਤਚਿਤ ਆਨੰਦ, ਜਿਹਨੂੰ ਅਵਿਨਾਸ਼ੀ ਖੇਮ ਮਹਾਰਾਜ ਨੇ ਆਖਿਆ ਹੈ, ਉਹਦੀ ਪ੍ਰਾਪਤੀ ਕਰ ਸਕਦਾ ਹੈ। ਉਹਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਸ਼ਬਦ ਅੰਦਰ ਬਖਸ਼ਿਸ਼ ਕੀਤੀ। 9ਵੀਂ ਪੌੜੀ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਦੁਨੀਆ ਕੈਸਰ ਕਾਲ ਦੂਜਾ ਪਾਇਆ, ਰੱਖੈ ਰੱਖਣਹਾਰ ਜਿਨ ਸ਼ਬਦ ਬੁਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।